ਇਹ ਬਣਾਇਆ ਇਧਰਲਾ ਜਿਹੜਾ ਵਿਹੜਾ ਹੈ ਇਹ ਗਰਮੀਆਂ ਦਾ ਵਿਹੜਾ ਹੈ। ਅੱਛਾ, ਇਹ ਗਰਮੀਆਂ ਦਾ ਵਿਹੜਾ ਹੈ। ਇੱਧਰ ਧੁੱਪ ਨਹੀਂ ਆਉਂਦੀ ਇਧਰਲੀ ਸਾਈਡ। ਹਾਂ, ਤੇ ਇਹ ਜਿਹੜਾ ਸਾਡਾ ਵਿਹੜਾ ਹੈ ਇਹ ਸਰਦੀਆਂ ਦਾ ਵਿਹੜਾ ਹੈ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਧੁੱਪ ਆਉਂਦੀ ਹੈ। ਇੱਧਰ ਸਾਡੀ ਰਸੋਈ ਹੈ ਜੀ ਤੇ ਇੱਧਰ ਬਾਥਰੂਮ ਹੈ। ਇਹ ਬੈੱਡਰੂਮ ਵੀ ਹੈ ਤੇ ਡਰਾਇੰਗ ਰੂਮ ਵੀ ਹੈ। ਹੋਰ ਯਾਰ ਜ਼ਿੰਦਗੀ ਦੇ ਵਿੱਚ 15 10 ਮੰਜ਼ਲੀਆਂ ਇਮਾਰਤਾਂ ਲਿਫਟਾਂ ਲਾ ਕੇ ਕਰਨਾ ਕੀ ਹੈ ਯਾਰ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਬੰਦਾ, ਤੁਸੀਂ ਇਮੈਜਿਨ ਕਰੋ ਸਰ, ਬੰਦੇ ਨੇ ਕਿੰਨੀ ਦੇਰ ਜੀਣਾ, ਇਹ ਗੱਲ ਛੱਡੋ, ਤੇ ਉਹ ਮਨਸੂਬੇ ਬਣਾ ਰਹੇ ਵੀ ਆਹ ਜੀ ਇਹ ਬੁਨਿਆਦ ਰੱਖਦੇ ਹੋ ਜੀ, ਇਹ ਘੱਟੋ ਘੱਟ ਜੀ 100 ਸਾਲ ਚੱਲੂਗੀ। ਉਹ ਯਾਰ ਉਹ ਜਿਹੜੀ ਆਉਣ ਵਾਲੀ ਨਸਲ ਹੈ ਪਤਾ ਨਹੀਂ ਉਹ ਬੁਨਿਆਦਾਂ ਚਲਾਊਗੀ ਕਿ ਨਹੀਂ ਚਲਾਊਗੀ। ਇਹ ਮੈਂ ਮੱਛਰਦਾਨੀ ਬਣਾਈ ਹੈ, ਮੈਂ ਦਿਖਾਉਣਾ ਤੁਹਾਨੂੰ ਇਹਦਾ ਜੀ। ਇਹਦਾ ਹੈਗਾ ਜਿਹੜਾ ਰੂਪ ਮੱਛਰਦਾਨੀ ਦਾ। ਕੀ ਬਾਤ ਹੈ। ਇਹ ਸਾਰੇ ਜਾਲੀ ਹੈ ਜੀ, ਉੱਪਰ ਵੈਂਟੀਲੇਸ਼ਨ ਹੈ। ਓਕੇ। ਤੇ ਇਹਦੇ ਅੰਦਰ ਇਹ ਸਾਰਾ ਕੁਝ ਬੰਦ ਹੋ ਜਾਂਦਾ ਹੈ, ਤੇ ਇਹ ਸਾਰਾ ਬੰਦ ਹੋ ਜਾਂਦਾ ਹੈ ਜੀ। ਮੱਛਰ, ਮੱਖੀ, ਛਿਪਕਲੀ, ਭਰਿੰਡ, ਦੰਦਈਆ, ਇਹ ਪ੍ਰੂਫ ਹੋ ਗਈ ਸਾਰੀ। ਕੁਝ ਵੀ ਇਹਦੇ ਅੰਦਰ ਜਿਹੜਾ ਹੈਗਾ, ਇਹਦੇ ਅੰਦਰ ਕੁਝ ਵੀ ਜਿਹੜਾ ਹੈਗਾ ਉਹ ਦਾਖਲ ਨਹੀਂ ਹੋ ਸਕਦਾ। ਮੇਰੇ ਕਿਸੇ ਰਿਸ਼ਤੇਦਾਰ ਨੇ, ਉਹਨੇ ਮਾਰੂਤੀ ਗੱਡੀ ਲਈ, ਓਕੇ, ਤੇ ਉਹਨਾਂ ਦੀ ਬੱਚੀ ਜਿਹੜੀ ਸੀਗੀ ਉਹ ਯੂਨੀਵਰਸਿਟੀ ਪੜ੍ਹਨ ਚਲੀ ਗਈ ਜੀ। ਓਕੇ, ਤੇ ਉਹਨੂੰ ਬੱਚੀ ਨੇ ਇੰਸਟਰਕਸ਼ਨ ਕੀਤੀ ਆਪਣੇ ਬਾਪ ਨੂੰ ਵੀ ਡੈਡੀ ਜੇ ਮੈਨੂੰ ਮਿਲਣਾ ਆਉਣਾ ਹੈ ਤਾਂ ਤੁਸੀਂ ਮਾਰੂਤੀ ਗੱਡੀ ਨਾਲ ਲੈ ਕੇ ਆਇਓ। ਮੂਰਤੀ ਨਾ ਲੈ ਕੇ। ਮਾਰੂਤੀ ਗੱਡੀ ਨਾਲ ਲੈ ਕੇ ਆਇਓ, ਮੇਰੀ ਇਨਸਲਟ ਹੋਏਗੀ। ਅੱਛਾ। ਮੇਰੀਆਂ ਸਾਰੀਆਂ ਸਹੇਲੀਆਂ ਵੱਡੀਆਂ ਇੰਡੀਵਰ ਚੱਕੀਆਂ ਫਿਰਦੀਆਂ ਨੇ, ਤੁਸੀਂ ਉਹ ਨਾ ਲੈ ਕੇ ਆਇਓ, ਮੇਰੀ ਇਨਸਲਟ ਹੋਏਗੀ। ਇਹ ਗੱਲ ਤੁਸੀਂ ਇਹਦੇ। ਉਹ ਤੋਂ ਬਾਅਦ ਮੈਨੇ ਕਿਹਾ ਵੀ ਚਲੋ ਪੰਗਾ ਲੈਂਦੇ ਹਾਂ। ਇਹ ਗੱਡੀ ਬਹੁਤ ਕੋਸਟਲੀ ਨਹੀਂ ਹੈਗੀ, ਅੱਛਾ ਜੀ। ਪਰ ਇਹਨੂੰ ਰੈਨੋਵੇਟ ਕਰਵਾਇਆ। ਰੈਨੋਵੇਟ ਕਰਾਉਣ ਤੋਂ ਬਾਅਦ ਹੁਣ ਜਦੋਂ ਨਿਕਲਦੀ ਹੈ ਇਹ ਗੱਡੀ, ਇਹ ਉਹੀ ਦੇਸੀ ਗੱਡੀ ਹੈ ਹੁਣ ਜਿਹਨੂੰ ਲੋਕ ਜਿਹੜੇ ਨੇ ਦੇਖਦੇ ਹੋ ਖੜ ਕੇ ਵੇਖਦੇ ਨੇ। ਇਹ ਗੱਡਾ ਨਹੀਂ, ਇਹ ਸਰ ਸਾਡੀਆਂ ਪਿਛਲੀਆਂ ਜਿਹੜੀਆਂ ਮਤਲਬ 5 ਪੀੜ੍ਹੀਆਂ ਤੋਂ ਪਹਿਲਾਂ ਦੀ ਪੀੜ੍ਹੀਆਂ ਨੇ, ਸਾਰੇ ਸਾਡੇ ਘਰ ਨੇ। ਇਹ ਸਾਡਾ ਏਸੀ ਹੈ, ਇਹ ਸਾਡਾ ਏਸੀ ਹੈ। ਇਹ ਵਿੰਡੋਆਂ ਨਹੀਂ ਸਰ, ਏਸੀ ਹੈ। ਇਹ ਏਸੀ ਨੇ। ਔਰ ਤੁਸੀਂ ਇਹ ਦੇਖ ਲਓ ਵੀ ਇਹਦੇ ਵਿੱਚ ਗੱਡੇ 'ਚ ਉੱਪਰ ਸਰਕੰਡਾ ਜਿਹਨੂੰ ਅਸੀਂ ਕਹਿੰਦੇ ਆ ਉਹ ਪਿਆ ਹੋਇਆ। ਤੇ ਅਗਰ ਸਰਦੀਆਂ ਦੇ ਵਿੱਚ ਬਿਲਕੁਲ ਵੀ ਇਹਦੇ ਵਿੱਚ ਇੰਨੀ ਨਿੱਘ ਸੀਗੀ, ਤੁਸੀਂ ਸੋਚ ਵੀ ਨਹੀਂ ਸਕਦੇ ਸਰ। ਨਮਸਕਾਰ, ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਦੀ ਜਿਹੜੀ ਜੇਕਰ ਆਪਾਂ ਰੋਜ਼ਮਰਾ ਦੀ ਜ਼ਿੰਦਗੀ ਦੀ ਗੱਲ ਕਰ ਲਈਏ, ਇਨਸਾਨ ਇੰਨਾ ਕੁ ਬਿਜ਼ੀ ਹੋ ਚੁੱਕਿਆ ਆਪਣੇ ਕੰਮਾਂ ਕਾਰਾਂ ਦੇ ਵਿੱਚ, ਇੰਨਾ ਕੁ ਬਿਜ਼ੀ ਹੋ ਚੁੱਕਿਆ ਹੈਗਾ ਆਪਣੀ ਲਾਈਫ ਦੇ ਵਿੱਚ, ਕਮਾਈਆਂ ਕਰਨ ਦੇ ਵਿੱਚ, ਪਰ ਫਿਰ ਵੀ ਜੇਕਰ ਗੱਲ ਕਰੀਏ ਸੰਤੁਸ਼ਟੀ ਦੀ ਜਾਂ ਫਿਰ ਸਕੂਨ ਦੀ, ਸਕੂਨ ਇਹੋ ਜਿਹੀਆਂ ਜਗ੍ਹਾ 'ਤੇ ਆ ਕੇ ਮਿਲਦਾ। ਹੁਣ ਤੁਸੀਂ ਕਹੋਗੇ ਯਾਰ ਕਿਹੜੀਆਂ ਜਗ੍ਹਾ ਦੀ ਗੱਲ ਕਰ ਰਿਹਾ। ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਲੋਕੇਸ਼ਨ ਦੇ ਵਿੱਚ ਘੁਮਾਵਾਂਗੇ, ਅਜਿਹੀ ਲੋਕੇਸ਼ਨ ਦੇ ਦਰਸ਼ਨ ਕਰਾਵਾਂਗੇ। ਲੋਕੇਸ਼ਨ ਤਾਂ ਬਾਖੂਬੀ ਤੁਹਾਨੂੰ ਪਸੰਦ ਆਊਗੀ ਤੇ ਤੁਸੀਂ ਆਉਣ ਲਈ ਤੁਹਾਡਾ ਦਿਲ ਵੀ ਜ਼ਰੂਰ ਕਰੂਗਾ, ਪਰ ਤੁਸੀਂ ਦੇਖੋਗੇ ਯਾਰ ਕਿ ਜਦੋਂ ਲੋਕੇਸ਼ਨ ਦੇਖੋਗੇ ਨਾ, ਤੁਹਾਨੂੰ ਐਂ ਲੱਗਣਾ ਯਾਰ ਕਿਸੇ ਪੁਰਾਣੇ ਪੰਜਾਬ ਦੇ ਵਿੱਚ ਜਾਂ ਫਿਰ ਕਿਸੇ ਇੱਕ ਅਜਿਹੇ ਪੁਰਾਣੇ ਪਿੰਡ ਦੇ ਵਿੱਚ ਅਸੀਂ ਆ ਗਏ ਜਿਹੜਾ ਅਸੀਂ ਪਿਛਲੇ ਸਮੇਂ ਤੋਂ ਦੇਖਦੇ ਹੁੰਦੇ ਸੀਗੇ। ਜਿਵੇਂ ਆਪਾਂ ਪੁਰਾਣੀਆਂ ਫਿਲਮਾਂ ਜਦੋਂ ਆਪਾਂ ਦੇਖਦੇ ਹੁੰਦੇ ਸੀ, ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀਗੇ ਕਿ ਪੁਰਾਣੇ ਘਰ, ਪੁਰਾਣੀਆਂ ਗੱਡੀਆਂ, ਪੁਰਾਣੇ ਜਾਨਵਰ ਜਦ ਆਪਾਂ ਦੇਖਦੇ ਸੀ ਤਾਂ ਦਿਲ ਕਰਦਾ ਹੁੰਦਾ ਸੀ ਯਾਰ ਵੀ ਆ ਕੀ ਕਾਸ਼ ਅੱਜ ਵੀ ਉਹੀ ਪੁਰਾਣਾ ਸਮਾਂ ਆ ਜੇ। ਤੇ ਅੱਜ ਅਸੀਂ ਇੱਕ ਅਜਿਹੀ ਲੋਕੇਸ਼ਨ ਦੇ ਉੱਤੇ ਹੀ ਪਹੁੰਚੇ ਹਾਂਗੇ ਤੇ ਸਾਡੇ ਨਾਲ ਡਾਕਟਰ ਰਫੀ ਸਾਹਿਬ ਹੋਣਗੇ ਮਲੇਰਕੋਟਲਾ ਤੋਂ। ਮੇਰੇ ਉੱਪਰ ਦੇਖ ਸਕਦੇ ਹੋ ਕਿ ਨਾ ਲੋਕੇਸ਼ਨ ਤਿਆਰ ਕਰੀ ਹੋਈ ਹੈ, ਬੜੀ ਸ਼ਾਨਦਾਰ ਲੋਕੇਸ਼ਨ ਹੈ। ਜਦ ਮੈਂ ਐਂਟਰ ਹੋਇਆ ਸੀ ਨਾ, ਮੈਨੂੰ ਬੜੀ ਪਸੰਦ ਆਈ ਸੀ ਯਾਰ, ਕਿਉਂਕਿ ਨਾ ਇੱਦਾਂ ਦੀਆਂ ਜਗ੍ਹਾ ਜਾਂ ਫਿਰ ਇੱਦਾਂ ਦੀਆਂ ਲੋਕੇਸ਼ਨਾਂ ਬੜੀਆਂ ਘੱਟ ਦੇਖਣ ਨੂੰ ਮਿਲਦੀਆਂ। ਤੇ ਅਸੀਂ ਅੱਜ ਰਫੀ ਸਾਹਿਬ ਨਾਲ ਮਿਲੇ ਨੇ। ਰਫੀ ਸਾਹਿਬ ਅੰਦਰ ਪਏ ਨੇ, ਰੈਸਟ ਕਰ ਰਹੇ ਨੇਗੇ, ਤੇ ਆਪਾਂ ਹੌਲੀ ਹੌਲੀ ਉਹਨਾਂ ਕੋਲੇ ਚੱਲਾਂਗੇ ਤੇ ਉਹਨਾਂ ਨੂੰ ਕਹਾਂਗੇ, ਰਿਕੁਐਸਟ ਵੀ ਕਰਾਂਗੇ ਕਿ ਸਾਨੂੰ ਲੋਕੇਸ਼ਨ ਬਾਰੇ ਦਿਖਾਇਆ ਜਾਵੇ ਤੇ ਤੁਹਾਡੇ ਸਨਮੁਖ ਲੋਕੇਸ਼ਨ ਦੇ ਦਰਸ਼ਨ ਜ਼ਰੂਰ ਕਰਾਵਾਂਗੇ। ਸੋ ਅਸੀਂ ਰਫੀ ਸਾਹਿਬ ਕੋਲੇ ਚੱਲਦੇ ਹਾਂ, ਪਹਿਲਾਂ ਤਾਂ ਦੇਖਦੇ ਹਾਂ ਕਿ ਕੀ ਕਰ ਰਹੇ ਨੇ ਉਹ। ਰਫੀ ਸਾਹਿਬ, ਮੈਂ ਨਾ ਦਰਸ਼ਕਾਂ ਨੂੰ ਦੱਸ ਰਿਹਾ ਸੀਗਾ ਕਿ ਅਸੀਂ ਸੋਚਦੇ ਹੁੰਦੇ ਹਾਂ ਵੀ ਕਾਸ਼ ਜਿਹੜਾ ਉਹ ਪੁਰਾਣਾ ਸਮਾਂ ਸੀ ਜਾਂ ਉਹ ਜਿਹੜੇ ਪੁਰਾਣੇ ਪਿੰਡ ਸੀਗੇ ਦੇਖਣ ਨੂੰ ਮਿਲਦੇ ਹੁੰਦੇ ਸੀ, ਕੱਚੇ ਘਰ, ਕੱਚੇ ਮਕਾਨ, ਉਹ ਕਾਸ਼ ਆਪਾਂ ਸੋਚਦੇ ਹਾਂ ਕਿ ਵੀ ਹੁਣ ਕਿਤੇ ਵਾਪਸ ਆ ਜਾਣ।
ਪਰ ਜਦ ਮੈਂ ਤੁਹਾਡੇ ਕੋਲੇ ਆਇਆ, ਇਹ ਲੋਕੇਸ਼ਨ ਦੇਖੀ, ਇਹ ਲੋਕੇਸ਼ਨ ਦੇਖ ਕੇ ਮੈਨੂੰ ਵਾਕਈ ਐਂ ਲੱਗਿਆ ਜਿਵੇਂ ਮੈਂ ਨਾ ਅੱਜ ਦੇ ਸਮੇਂ 'ਚ ਨਹੀਂ, 21ਵੀਂ ਸਦੀ 'ਚ ਨਹੀਂ, ਪੁਰਾਣੇ ਕਿਸੇ ਮਹਾਰਾਜਾ ਦੇ ਟਾਈਮ ਜਾਂ ਫਿਰ ਪੁਰਾਣੇ ਪਿੰਡਾਂ ਵਾਲੇ ਮਿੱਟੀ ਦੇ ਬਣੇ ਹੋਏ ਘਰਾਂ ਦੇ ਪਿੰਡਾਂ ਦੇ ਟਾਈਮ ਦੇ ਵਿੱਚ ਆ ਗਿਆ ਹੁੰਨਾਗਾ। ਮੈਂ ਚਾਹਾਂਗਾ ਮੈਂ ਤਾਂ ਦੇਖ ਲਈ ਇਹ ਲੋਕੇਸ਼ਨ ਹੈ ਨਾ, ਦਰਸ਼ਕਾਂ ਨੇ ਸ਼ਾਰਟ ਵੀ ਦੇਖੇ ਨੇ ਕੁਛ ਕੁ, ਹੁਣ ਨਾ ਦਿਲ ਦੇ ਵਿੱਚ ਨਾ ਉਤਾਵਨਾ ਪੈਦਾ ਹੋ ਗਈ ਹੋਗੀ, ਉਚੇਚਤਾ ਪੈਦਾ ਹੋ ਗਈ ਹੋਗੀ ਯਾਰ ਵੀ ਅਸੀਂ ਵੀ ਇਹ ਲੋਕੇਸ਼ਨ ਤੇ ਦਰਸ਼ਨ ਕਰੀਏ। ਮੈਂ ਚਾਹੂੰਗਾ ਆਪਾਂ ਨੀਚੇ ਚੱਲ ਕੇ ਦਰਸ਼ਕਾਂ ਨੂੰ ਦਰਸ਼ਨ ਕਰਾ ਦਈਏ ਜੀ। ਬਿਲਕੁਲ ਬਿਲਕੁਲ। ਮੈਂ ਤਾਂ ਚਾਹੂੰਗਾ ਥੋੜ੍ਹਾ ਆਪਾਂ ਜਾਂਦੇ ਚਲੋ ਆਪਾਂ ਨੀਚੇ ਤਾਂ ਜਾਣੀ ਆ, ਥੋੜ੍ਹੀ ਸ਼ੁਰੂਆਤ ਦੇ ਵਿੱਚ ਕਿੰਨਾ ਕੁ ਸਮਾਂ ਹੋ ਗਿਆ ਇਹ ਚੀਜ਼ ਨੂੰ ਤਿਆਰ ਕਰੀ ਨੂੰ, ਜਾਂ ਫਿਰ ਲਗਨ ਕਿਵੇਂ ਲੱਗੀ ਵੀ ਯਾਰ ਮੈਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ, ਕਿਉਂਕਿ ਅੱਜ ਕੱਲ੍ਹ ਤਾਂ ਮੈਂ ਪਹਿਲਾਂ ਕਿਹਾ ਸੀਗਾ ਕਿ ਇਨਸਾਨ ਆਪਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਵਿੱਚ ਜਾਂ ਫਿਰ ਆਪਣੇ ਰੁਜ਼ਗਾਰ ਦੇ ਵਿੱਚ ਇੰਨਾ ਕੁ ਬਿਜ਼ੀ ਹੋ ਗਿਆ, ਇਹ ਚੀਜ਼ਾਂ ਵੱਲ ਤਾਂ ਧਿਆਨ ਹੀ ਨਹੀਂ ਜਾਂਦਾ। ਤੁਸੀਂ ਫਿਰ ਵੀ ਉਹ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਇਹ ਚੀਜ਼ ਤਿਆਰ ਕਰੀ, ਕੀ ਮਨ ਦੇ ਵਿੱਚ ਉਤੇਜਤਾ ਕੀ ਪੈਦਾ ਹੋਈ? ਕੋਈ ਉਤੇਜਤਾ ਨਹੀਂ, ਇਹ ਕੁਦਰਤ ਦੇ ਨਿਯਮ ਨੇ ਜੀ। ਸੂਰਜ ਨਿਕਲਦਾ ਤੇ ਛੁਪ ਜਾਂਦਾ, ਦੁਬਾਰਾ ਸਵੇਰ ਹੁੰਦੀ ਹੈ, ਤੇ ਅਸੀਂ ਮੇਰਾ ਖਿਆਲ ਹੈ ਵੀ ਇੱਕ ਜਨਰੇਸ਼ਨ ਜੀ ਅਸੀਂ ਕੋਈ ਚੀਜ਼ ਦਾ ਆਨੰਦ ਮਾਣਦੇ ਹਾਂ, ਠੀਕ ਹੈ ਜੀ। ਮਤਲਬ ਜਦੋਂ ਮੈਂ ਜਵਾਨ ਸੀ ਤੇ ਉਦੋਂ ਇੱਕ ਦੌੜ ਲੱਗੀ ਕਿ ਪਿੰਡਾਂ 'ਚੋਂ ਚਲੋ ਸ਼ਹਿਰਾਂ ਵੱਲ ਚੱਲੀਏ। ਬਿਲਕੁਲ। ਅਸੀਂ ਲੋਕਾਂ ਨੇ ਪਿੰਡ ਛੱਡਤੇ ਤੇ ਅਸੀਂ ਸ਼ਹਿਰਾਂ ਵੱਲ ਆ ਗਏ, ਠੀਕ ਹੈ ਨਹੀਂ। ਤੇ ਸਾਡਾ ਜਿਹੜਾ ਮੈਂ ਇਹ ਗੱਲ ਸੀਗੀ ਕਿਹੜੀ ਮਨਹੂਸ ਘੜੀ ਸੀਗੀ ਜਦੋਂ ਅਸੀਂ ਲੋਕ ਸਾਰੇ ਪਿੰਡ ਛੱਡ ਕੇ ਸ਼ਹਿਰ ਨੂੰ ਆਏ ਸੀ, ਤੇ ਅਸੀਂ ਸ਼ਹਿਰਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਮਾਡਰਨ ਸਾਬਿਤ ਕਰਨ ਦੀ ਇੱਕ ਮੈਡ ਰੇਸ ਦੇ ਵਿੱਚ ਲੱਗ ਗਏ। ਸਾਨੇ ਕੱਚੇ ਘਰ ਤੇ ਅੱਗੇ ਅਸੀਂ ਘਰ ਪਾਉਣੇ ਸ਼ੁਰੂ ਕਰ ਦਿੱਤੇ। ਘਰ ਵੀ ਕਾਹਦੇ ਪਾਏ, ਬੰਗਲੇ ਪਾਏ, ਤੇ ਜਿੰਨੀ ਵੀ ਜ਼ਿੰਦਗੀ ਦਾ ਸਰਮਾਇਆ ਸੀਗਾ ਸਾਡੇ ਸਾਰੇ ਮੇਰੇ ਹਾਣਦਿਆਂ ਨੇ ਕੁਝ ਪਰਦੇਸ ਚਲੇ ਗਏ, ਉੱਥੋਂ ਭੇਜਣ ਲੱਗ ਗਏ ਪੈਸੇ, ਇੱਥੇ ਕੋਠੀਆਂ ਪੈਣ ਲੱਗ ਗਈਆਂ ਸ਼ਹਿਰਾਂ 'ਚ, ਤੇ ਕੁਝ ਜਿਹੜੇ ਸੀ ਪਿੰਡ ਛੱਡ ਕੇ ਸ਼ਹਿਰ ਆ ਗਏ, ਕੋਠੀਆਂ ਪੈਣ ਲੱਗ ਗਈਆਂ। ਤੁਸੀਂ ਇਹ ਦੇਖੋ ਵੀ ਅਸੀਂ 20 ਸਾਲ 10 ਸਾਲ 15 ਸਾਲ 30 ਸਾਲ ਉਹਦਾ ਆਨੰਦ ਮਾਣਿਆ, ਤੇ ਹੁਣ ਸਾਨੂੰ ਪਤਾ ਨਹੀਂ ਕੀ ਹੋ ਗਿਆ ਬੈਠੇ ਬੈਠਿਆਂ ਨੂੰ, ਅਸੀਂ ਆਪਣੀਆਂ ਕੋਠੀਆਂ ਤੇ ਝੌਂਪੜੀਆਂ ਪਾਉਣ ਲੱਗ ਗਏ। ਬਿਲਕੁਲ। ਮੈਂ ਦੇਖਦਾ ਹੁਣ ਅੱਜ ਕੱਲ੍ਹ ਨਵੇਂ ਡਿਜ਼ਾਈਨ ਨਾਲ ਜ਼ਰੂਰ ਘਰ ਬਣਦੇ ਨੇਗੇ, ਪਰ ਉਹ ਲੁੱਕ ਪੁਰਾਣੀ ਵਾਲੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਹ ਬਣਦੀ ਨਹੀਂ। ਹਾਂ, ਪੈਂਟਾਂ ਨੇ ਸਾਡਾ, ਬੈਲਟਾਂ ਨੇ ਸਾਡੇ ਢਿੱਡ ਘੁੱਟ ਤੇ ਸਾਡਾ ਜੀ ਕਰਦਾ ਹੈ ਕਿ ਚਾਦਰੇ ਪਾ ਕੇ ਘੁੰਮੀਏ, ਤੇ ਸਾਡੇ ਬੁਢੇਪੇ ਨੇ ਮਤਲਬ ਸਾਡਾ ਜੀ ਕਰਦਾ ਹੈ ਵੀ ਯਾਰ ਛੱਡੋ ਛੜੀ ਜੀ ਕੀ ਕਰਨੀ ਹੈ, ਖੁੰਡਾ ਫੜ ਕੇ ਤੁਰਦੇ ਹਾਂ। ਮਤਲਬ ਇਹ ਗੱਲਾਂ ਜਿਹੜੀਆਂ ਸੀਗੀਆਂ, ਇੱਕ ਕਰੇਜ਼ ਹੈ ਜਿਹੜਾ। ਹੁਣ ਕੀ ਹੋਇਆ ਜਦੋਂ ਮੈਂ ਇਹ ਸੋਚਿਆ ਵੀ ਇਦਾਂ ਕਰਦੇ ਹਾਂ, ਤੇ ਲੋਕਾਂ ਨੂੰ ਇੰਨਾ ਕਰੇਜ਼ ਸੀਗਾ ਕਿ ਉਹਨਾਂ ਨੂੰ ਇਦਾਂ ਲੱਗਿਆ ਕਿ ਯਾਰ ਜੇ ਅਸੀਂ ਵੀ ਆਪਣੇ ਘਰਾਂ ਨੂੰ ਮਿੱਟੀ, ਤੁਸੀਂ ਇਹ ਦੇਖ ਲਓ ਵੀ ਜੇ ਕਿਤੇ ਸੋਫੇ ਨੂੰ, ਜੇ ਕਿਤੇ ਡਬਲ ਬੈੱਡ ਦੀ ਚਾਦਰ ਨੂੰ ਮਿੱਟੀ ਲੱਗ ਜਾਂਦੀ ਸੀ ਤਾਂ ਉਹ ਜਿਹੜੇ ਸਾਡੀ ਪਹਿਲੀ ਜਨਰੇਸ਼ਨ ਹੈ ਉਹ ਕੁੱਕਾਂ ਮਾਰਨ ਲੱਗ ਜਾਂਦੀ ਸੀ। ਬਿਲਕੁਲ, ਠੀਕ ਹੈ ਨਹੀਂ। ਐਂ ਕੀ ਹੋਇਆ ਹੁਣ ਤੁਸੀਂ ਇਮੈਜਿਨ ਕਰੋ ਵੀ ਲੋਕ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਜ਼ਿੰਦਗੀ ਐਡੀ ਵੱਡੀ ਨਹੀਂ ਕਿ 100 ਸਾਲ ਦੇ ਮਨਸੂਬੇ ਬਣਾਏ ਜਾਣ। ਜ਼ਿੰਦਗੀ ਤਾਂ ਜਿਹੜੀ ਹੈਗੀ ਆ ਉਹ 2-3-4 ਲੱਖ ਦੇ ਘਰ 'ਚ ਵੀ ਕੱਟੀ ਜਾ ਸਕਦੀ ਹੈ, ਕੋਈ ਜ਼ਰੂਰੀ ਤਾਂ ਨਹੀਂ ਵੀ ਅਸੀਂ ਕਰੋੜਾਂ ਦੀਆਂ ਕੋਠੀਆਂ ਪਾਉਣੀਆਂ ਨੇ। ਇਹ ਜਿਹੜਾ ਜਜ਼ਬਾ ਸੀਗਾ, ਤੇ ਤੁਸੀਂ ਇਹ ਦੇਖੋ ਵੀ ਇੱਥੇ ਮੈਂ ਕੁਛ ਨਹੀਂ ਕਹਿੰਦਾ ਪੁੱਤਰ, ਤੁਸੀਂ ਮੇਰੇ ਬੱਚੇ ਹੋ, ਪਰ ਮੇਰਾ ਖਿਆਲ ਹੈ ਵੀ ਇਹਦੀ ਕੋਈ ਵੈਲਿਊ ਹੈ ਯਾਰ। ਮੈਂ ਸੁੱਤਾ ਪਿਆ ਸੀ ਬੜੇ ਆਰਾਮ ਨਾਲ, ਹੈ ਨਾ, ਤੇ ਮੇਰਾ ਖਿਆਲ ਹੈ ਵੀ ਇਹ ਜੇ ਆਪਾਂ ਕਹੀਏ ਵੀ ਬਾਬਾ ਜੀ ਤੁਹਾਡਾ ਕੀ ਨੁਕਸਾਨ ਹੋਇਆ, ਵੀ ਕਰੋੜਾਂ ਦਾ ਨੁਕਸਾਨ ਹੋ ਗਿਆ। क्या बात है। मैंने बड़ा यार दिल खुश नजीज बंदे लगे रफी साहब ने, अज मैं मिले रफी साहब। चलिए नीचे मैं कहना दिखा दिए। सो दोस्तों रफी साहब ने गल तो कर ली, पर रफी साहब का यार नेचर ना मैंने बड़ा चंगा लग्या मिल के, बड़े दिल खुश बंदे ने है ना। हुण मैं चाहूँगा कि थल्लियां ने लोकेशन बनी होनी, या फिर तुहाडे टीवी स्क्रीन के उत्ते जिहड़े शॉर्ट्स तुसीं देखे नेगे लाइव उन्होंने दे रूबरू दर्शन कराइए। हुण तुहानूं लैके चलदे आंगे सो लोकेशनां दे कोले। रफी साहब फिर नीचे आ गए आपां, हाँ नीचे आके मेरी सब तो पहली निगाह ਇੱਧਰ ਪੈ ਰਹੀ ਹੈਗੀ, ਕਿਉਂਕਿ ਨਾ ਅਕਸਰ ਕੀ ਹੁੰਦਾ ਅਜਿਹੇ ਹਵਾਦਾਰ ਕਮਰੇ ਮੈਨੂੰ ਦੇਖਣ ਨੂੰ ਬੜੇ ਘੱਟ ਮਿਲਦੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਅੱਜ ਕੱਲ੍ਹ ਤਾਂ ਏਸੀ ਹਾਲ ਹੁੰਦੇ ਨੇ ਵੱਡੇ ਵੱਡੇ, ਪਤਾ ਨਹੀਂ ਕੀ ਚੀਜ਼ਾਂ। ਇਹ ਕੀ ਚੀਜ਼ ਹੈ, ਕਾਹਦੀ ਲੋਕੇਸ਼ਨ ਬਣੀ? ਇਹਨੂੰ ਮੈਂ ਮੱਛਰਦਾਨੀ ਕਹਿਣਾ। ਅੱਛਾ ਜੀ। ਇਹ ਮੈਂ ਮੱਛਰਦਾਨੀ ਬਣਾਈ ਹੈ, ਮੈਂ ਦਿਖਾਉਣਾ ਤੁਹਾਨੂੰ ਇਹਦਾ ਜੀ। ਇਹਦਾ ਹੈਗਾ ਜਿਹੜਾ ਰੂਪ ਮੱਛਰਦਾਨੀ ਦਾ। ਕੀ ਬਾਤ ਹੈ। ਇਹ ਸਾਰੇ ਜਾਲੀ ਹੈ ਜੀ, ਉੱਪਰ ਵੈਂਟੀਲੇਸ਼ਨ ਹੈ। ਓਕੇ। ਤੇ ਇਹਦੇ ਅੰਦਰ ਇਹ ਸਾਰਾ ਕੁਝ ਬੰਦ ਹੋ ਜਾਂਦਾ ਹੈ, ਤੇ ਇਹ ਸਾਰਾ ਬੰਦ ਹੋ ਜਾਂਦਾ ਹੈ ਜੀ। ਅਸੀਂ ਕਰਦੀ ਲਾਈਨ ਕਰਕੇ ਉਹਨੂੰ ਆਪਣੇ ਉਹ ਮੋਰਲਾ ਗੇਟ ਲਾਈਨ ਜਿਹੜਾ ਅੰਦਰ ਹੀ, ਹਾਂ ਇਹ ਆ ਦੇਖੋ ਜੀ। ਤੇ ਹੁਣ ਇਹ ਤੁਸੀਂ ਇਹ ਦੇਖੋ ਮੱਛਰ, ਮੱਖੀ, ਛਿਪਕਲੀ, ਭਰਿੰਡ, ਦੰਦਈਆ,
ਇਹ ਪ੍ਰੂਫ ਹੋ ਗਈ ਸਾਰੀ। ਕੁਝ ਵੀ ਇਹਦੇ ਅੰਦਰ ਜਿਹੜਾ ਹੈਗਾ, ਇਹਦੇ ਅੰਦਰ ਕੁਝ ਵੀ ਜਿਹੜਾ ਹੈਗਾ ਉਹ ਦਾਖਲ ਨਹੀਂ ਹੋ ਸਕਦਾ। ਟੀਵੀ ਬਹੁਤ ਪੁਰਾਣਾ ਪਿਆ ਨਾ, ਇਹ ਅੱਜ ਕੱਲ ਤਾਂ ਐਲਈਡੀਆਂ ਦਾ ਜ਼ਮਾਨੇ ਆ ਗਏ ਨੇਗੇ, ਵੱਡੀਆਂ ਟੈਕਨੋਲੋਜੀਆਂ ਆ ਚੁੱਕੀਆਂ ਨੇਗੀਆਂ। ਇਹ ਕਿੰਨੇ ਕੁ ਸਮੇਂ ਸਾਲ ਪੁਰਾਣਾ ਹੋਊਗਾ? ਕੁਛ ਨਹੀਂ ਦੇਖੋ ਪਤਾ ਕੀ ਹੈ, ਮੇਰੇ ਬਜ਼ੁਰਗ ਜਿਹੜੇ ਸੀ ਬੜੇ ਧਾਰਮਿਕ ਖਿਆਲਾਂ ਦੇ ਸੀਗੇ, ਤੇ ਅਸੀਂ ਡਰ ਕੇ, ਮੈਂ ਤੇ ਮੇਰੀਆਂ ਭੈਣਾਂ, ਅਸੀਂ ਡਰ ਕੇ ਕਦੀ ਮਤਲਬ ਰੇਡੀਓ ਉਹ ਫਿਲਿਪਸ ਦੇ ਹੁੰਦੇ ਸੀ, ਅਸੀਂ ਡਰ ਕੇ ਚਲਾਉਂਦੇ ਹੁੰਦੇ ਸੀ। ਤੇ ਮੇਰੀ ਭੈਣ ਜਿਹੜੀ ਹੈ ਉਹ ਅੱਜ ਦੁਨੀਆ 'ਚ ਨਹੀਂ, ਉਹ ਦੇਲੀਆਂ 'ਚ ਬਹਿੰਦੀ ਸੀ, ਤੇ ਬਜ਼ੁਰਗ ਆਉਂਦੇ ਸੀ, ਮੈਨੂੰ ਦੱਸਦੀ ਹੁੰਦੀ ਸੀ ਵੀ ਕੋਈ ਗੱਲ ਨਹੀਂ ਤੂੰ ਗੀਤ ਸੁਣ ਲੈ, ਤੇ ਹਜੇ ਅੱਬਾ ਜੀ ਬਾਈ ਜੀ ਅਜੇ ਜਦੋਂ ਬਾਈ ਜੀ ਆ ਗਏ, ਤੇ ਇਹ ਕਹਿ ਕੇ ਇਹ ਉਹ ਟੈਲੀਵਿਜ਼ਨਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਅਸੀਂ ਲਿਆਂਦੇ ਸੀ, ਤੇ ਇਹਦੇ ਵਿੱਚ ਅਸੀਂ ਕਾਲੀਆਂ ਮੂਰਤਾਂ ਜਿਹੜੀਆਂ ਸੀਗੀਆਂ, ਤੇ ਸਾਨੂੰ ਹੈਰਾਨੀ ਹੁੰਦੀ ਸੀਗੀ ਯਾਰ ਇਹ ਐਂਟੀਨੇ ਦੇ ਵਿੱਚੋਂ ਇਹ ਬੰਦੇ ਉਤਰ ਕੇ ਕਿੱਦਾਂ ਇਹਦੇ ਵਿੱਚ ਆ ਜਾਂਦੇ ਨੇ, ਕਿੱਦਾਂ ਗੱਲਾਂ ਕਰਦੇ ਨੇ, ਕੀ ਮਤਲਬ ਦਿਮਾਗ ਜਿਹੜਾ ਸੀਗਾ ਐਡਾ ਘੁੰਮਦਾ ਸੀ। ਤੇ ਉਹ ਤੋਂ ਬਾਅਦ ਫਿਰ ਹੋਰ ਗੱਲ ਦੱਸਾਂ, ਸਾਰੇ ਮੁਹੱਲੇ ਦੇ, ਕਿਉਂਕਿ ਮੁਹੱਲੇ ਦੇ ਵਿੱਚ ਮੇਰਾ ਖਿਆਲ ਹੈ ਸਭ ਤੋਂ ਪਹਿਲਾਂ ਟੀਵੀ ਜਿਹੜਾ ਸੀਗਾ ਸਾਡੇ ਘਰ ਆਇਆ ਸੀ, ਤੇ ਮੁਹੱਲੇ ਦੇ ਬੱਚੇ ਆ ਕੇ ਬਾਹਰ ਮਤਲਬ ਉਹਦੇ 'ਚ ਝਾਂਕਦੇ ਹੁੰਦੇ ਸੀ ਵੀ ਉਹ ਸਰ ਫੋਟੋ ਵਾਲਾ ਡੱਬਾ ਦੇਖ ਲਈਏ, ਫੋਟੋ ਵਾਲਾ ਡੱਬਾ ਐਵੇਂ ਨਹੀਂ ਸੀ ਪਤਾ ਵੀ ਇਹ ਟੀਵੀ ਹੈ ਕੁਛ ਨਾ। ਬੜੇ ਵੱਡੇ ਐਂਟੀਨੇ ਹੁੰਦੇ ਸੀ, ਤੇ ਉਹਨਾਂ ਦੇ ਵਿੱਚ ਫਿਰ ਕੀ ਹੋਇਆ, ਫਿਰ ਉਹਨਾਂ 'ਚ ਸਾਡੀਆਂ ਪਤੰਗਾਂ ਫਸਣ ਲੱਗ ਗਈਆਂ, ਬੰਦਿਆਂ ਦੀਆਂ ਪਤੰਗਾਂ ਫਸਣ ਲੱਗ ਗਈਆਂ ਦਿਸ ਵੇ ਦੈਟ ਵੇ, ਤੇ ਫਿਰ ਉਹ ਹੌਲੀ ਲੱਗਿਆ ਚਲੋ ਐਂਟੀਨੀਆਂ ਦਾ ਖਤਮ ਹੋ ਗਿਆ, ਦਿਸ ਹੌਲੀ ਕਿੰਨਾ ਕੁਛ ਯਾਰ, ਕਿੰਨਾ ਕੁਛ ਚੇਂਜ ਹੋਇਆ ਹੈ ਜੀ। ਮਤਲਬ 20 ਸਾਲਾਂ ਦੇ ਵਿੱਚ ਇਹ ਸਮਝ ਲਓ ਵੀ ਦੁਨੀਆ ਹੀ ਪਲਟ ਕੇ ਰੱਖਤੀ। ਔਰ ਪਤਾ ਕੀ ਹੋਇਆ 20 ਸਾਲਾਂ 'ਚ ਦੁਨੀਆ ਕੀ ਪਲਟੀ ਸਰ। 12 ਸਾਲ ਦਾ ਬੱਚਾ ਇਹਨਾਂ ਨੇ ਇੰਟਰਨੈਟ ਨੇ ਜਵਾਨ ਕਰਤਾ, ਤੇ 25 ਸਾਲ ਦਾ ਬੁੜਾ ਕਰਤਾ ਯਾਰ। ਗੱਲਾਂ ਬੜੀਆਂ ਡੂੰਘੀਆਂ ਨੇ ਯਾਰ, ਹਨਾ ਗਰਵੀ ਸਾਹਿਬ ਨਾਲ ਗੱਲਾਂ ਕਰ ਰਹੇ ਹਾਂ। ਗੱਲਾਂ ਭਾਵੇਂ ਆਪਾਂ ਨੂੰ ਲੱਗ ਰਹੀਆਂ ਨੇ ਵੀ ਆਮ ਰੂਟੀਨ 'ਚ ਆਪਾਂ ਸੁਣਦੇ ਰਹੇ ਨੇ, ਪਰ ਇਹ ਗੱਲਾਂ ਬੜੀਆਂ ਡੂੰਘੀਆਂ ਨੇਗੀਆਂ। ਰਵੀ ਸਾਹਿਬ ਮੈਂ ਚਾਹੂੰਗਾ ਆਪਾਂ ਇਹ ਲੋਕੇਸ਼ਨ ਦਾ ਦੇ ਲਈ, ਹੋਰ ਬੜੀਆਂ ਲੋਕੇਸ਼ਨਾਂ ਨੇ, ਮੈਂ ਚਾਹੂੰਗਾ ਆਪਾਂ ਚੱਲੀਏ। ਅੱਛਾ ਹੋਰ ਇੱਕ ਲੋਕੇਸ਼ਨ ਹੋਰ ਹੈਗੀ ਹੈ ਨਾਲ ਹੀ, ਉਹਦੇ ਵਿੱਚ ਅਸੀਂ ਰੱਖਿਆ ਇੱਕ ਤਾਂ ਬਣਾਇਆ ਉਹਦਾ ਵਿਹੜਾ ਸਰਦੀਆਂ ਦਾ ਜੀ, ਤੇ ਇੱਕ ਬਣਾਇਆ ਗਰਮੀਆਂ ਦਾ ਵਿਹੜਾ। ਅੱਛਾ ਸਰਦੀਆਂ ਦਾ ਵਿਹੜਾ ਤੇ ਗਰਮੀਆਂ ਦਾ ਵਿਹੜਾ ਅਲੱਗ-ਅਲੱਗ ਬਣਾਏ। ਇਹ ਜਿਹੜਾ ਹੈਗਾ ਸਰ ਜੀ, ਇਹ ਲੋਕੇਸ਼ਨ ਹੈਗੀ ਹੈ ਹਾਂ, ਇਹ ਲੋਕੇਸ਼ਨ ਦੇ ਵਿੱਚ ਅਸੀਂ ਕੀ ਕੀਤਾ, ਇਹ ਬਣਾਇਆ ਇੱਧਰਲਾ ਜਿਹੜਾ ਵਿਹੜਾ ਹੈ ਇਹ ਗਰਮੀਆਂ ਦਾ ਵਿਹੜਾ ਹੈ। ਅੱਛਾ ਇਹ ਗਰਮੀਆਂ ਦਾ ਵਿਹੜਾ ਹੈ, ਇੱਧਰ ਧੁੱਪ ਨਹੀਂ ਆਉਂਦੀ ਇੱਧਰਲੀ ਸਾਈਡ। ਹਾਂ, ਤੇ ਇਹ ਜਿਹੜਾ ਸਾਡਾ ਵਿਹੜਾ ਹੈ ਇਹ ਸਰਦੀਆਂ ਦਾ ਵਿਹੜਾ ਹੈ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਧੁੱਪ ਆਉਂਦੀ ਹੈ। ਇੱਧਰ ਸਾਡੀ ਰਸੋਈ ਹੈ ਜੀ, ਤੇ ਇੱਧਰ ਬਾਥਰੂਮ ਹੈ। ਇਹ ਬੈੱਡਰੂਮ ਵੀ ਹੈ ਤੇ ਡਰਾਇੰਗ ਰੂਮ ਵੀ ਹੈ। ਹੋਰ ਯਾਰ ਜ਼ਿੰਦਗੀ ਦੇ ਵਿੱਚ 15 10 ਮੰਜ਼ਲੀਆਂ ਇਮਾਰਤਾਂ, ਲਿਫਟਾਂ ਲਾ ਕੇ ਕਰਨਾ ਕੀ ਹੈ ਯਾਰ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਬੰਦਾ, ਤੁਸੀਂ ਇਮੈਜਿਨ ਕਰੋ ਸਰ, ਬੰਦੇ ਨੇ ਕਿੰਨੀ ਦੇਰ ਜੀਣਾ, ਇਹ ਗੱਲ ਛੱਡੋ, ਤੇ ਉਹ ਮਨਸੂਬੇ ਬਣਾ ਰਹੇ ਵੀ ਆਹ ਜੀ ਇਹ ਬੁਨਿਆਦ ਰੱਖਦੇ ਹੋ ਜੀ, ਇਹ ਘੱਟੋ ਘੱਟ ਜੀ 100 ਸਾਲ ਚੱਲੂਗੀ। ਉਹ ਯਾਰ ਉਹ ਜਿਹੜੀ ਆਉਣ ਵਾਲੀ ਨਸਲ ਹੈ ਪਤਾ ਨਹੀਂ ਉਹ ਬੁਨਿਆਦਾਂ ਚਲਾਊਗੀ ਕਿ ਨਹੀਂ ਚਲਾਊਗੀ। ਬਿਲਕੁਲ ਰਵੀ ਸਾਹਿਬ, ਪਰ ਮੈਂ ਇੱਕ ਗੱਲ ਜ਼ਰੂਰ ਮੈਂ ਨੋਟ ਕਰੀ ਹੈਗੀ, ਜਿਵੇਂ ਆਪਾਂ ਪਹਿਲਾਂ ਵਾਲੀ ਲੋਕੇਸ਼ਨਾਂ ਦੇ ਅੰਦਰ ਵੀ ਜਾ ਕੇ ਆਏਗੇ, ਇਸ ਲੋਕੇਸ਼ਨ ਦੇ ਵਿੱਚ ਵੀ ਆਏਗਾ, ਪਰ ਇਹਦੇ ਨਾਲ ਜਿਵੇਂ ਪਲਾਸਟਰ ਦੀ ਜਗ੍ਹਾ ਤੇ ਮਿੱਟੀ ਫੇਰੀ ਹੋਈ ਹੈਗੀ ਕੰਧਾਂ ਦੇ ਉੱਤੇ। ਦੇਖੋ ਤੁਸੀਂ ਪਤਾ ਕੀ ਹੈ, ਮਿੱਟੀ ਦਾ ਜਿਹੜੀ ਹੈਗੀ ਹੈ ਰੇਤੀ ਨਾਲੋਂ ਜ਼ਿਆਦਾ ਪਾਵਰਫੁਲ ਹੈ। ਜਿਹੜਾ ਕੱਕਾ ਰੇਤਾ, ਅਗਰ ਤੁਸੀਂ ਚਨਾਈ ਜਿਹੜੀ ਹੈ ਉਹ ਪੀਲੀ ਮਿੱਟੀ ਦੇ ਵਿੱਚ ਕਰਦੇ ਹੋ ਜੀ, ਤੇ ਉਦੋਂ ਤੁਸੀਂ 1 8 1 10 ਦਾ ਸੀਮੈਂਟ ਲਾ ਕੇ ਰੇਤਾ ਪਾਉਣੇ ਹੋ ਸਰ, ਉਹ ਤਾਂ ਕੁਝ ਵੀ ਨਹੀਂ ਹੁੰਦਾ। ਉਹ ਤੁਸੀਂ ਆਰਾਮ ਨਾਲ ਉਹਨੂੰ ਇੱਟ ਨੂੰ ਐਂ ਚੱਕ ਲਓ, ਚੱਕੀ ਜਾਏਗੀ। ਤੁਸੀਂ ਮੈਨੂੰ ਇੱਟ ਚੱਕ ਕੇ ਦਿਖਾਓ, ਨਹੀਂ ਚੱਕੀ ਜਾਂਦੀ। ਇਹਦੇ ਵਿੱਚ ਤੁਸੀਂ ਅੱਜ ਕੱਲ ਕਿਉਂ ਇਹ ਚੀਜ਼ਾਂ ਮਤਲਬ ਦੁਰਲੱਭ ਹੋਈਆਂ ਨੇਗੀਆਂ, ਕਿਉਂ ਨਹੀਂ ਦੇਖਣ ਨੂੰ ਮਿਲਦੀਆਂ? ਸੀਨਾ ਕਿਸੇ ਨੂੰ ਨਕਸ਼ੇ ਵਾਲਿਆਂ ਦੇ ਪੈਸੇ ਬਣਦੇ ਨੇ। ਕੀ ਬਾਤ ਹੈ, ਕਿ ਬੜਾ ਡੂੰਘਾ ਰਾਜ਼। ਜੇ ਮੇਰੀ ਗੱਲ ਸੁਣ, ਜੇ ਕਰੋੜ ਦਾ ਨਕਸ਼ਾ ਹੋਏਗਾ, ਕਰੋੜ ਦਾ ਪ੍ਰੋਜੈਕਟ ਹੋਏਗਾ, ਤੇ ਉਹਦੇ ਵਿੱਚੋਂ ਅਗਰ 10% ਵੀ ਲਾ ਲਈਏ ਤਾਂ ਆਰਕੀਟੈਕਚਰ ਨੂੰ 10 ਲੱਖ ਰੁਪਏ ਮਿਲ ਗਿਆ ਨਹੀਂ। ਤੇ ਹੁਣ ਅਗਰ ਉਹ ਮੇਰੀ ਗੱਲ ਸੁਣ, ਕੀ ਨਾਲੂ ਯਾਰ, ਕੀ ਨਿਚੋੜ ਲੂ, ਜਿਹਦਾ ਬਜਟ ਹੀ 2 ਲੱਖ ਦਾ ਹੈ, 2 ਲੱਖ ਉਹਦੇ ਵਿੱਚੋਂ ਕੀ ਲੈ ਜਾਊਗਾ ਯਾਰ। ਇਸ ਕਰਕੇ ਉਹ ਹੁਣ ਗੇਟ ਹੈ ਨਹੀਂ ਜੀ, ਗੇਟ ਤਾਂ ਐਂ ਲੱਗੂਗਾ ਜੀ, ਉੱਪਰ ਲਾਈਟਾਂ ਲੱਗਣਗੀਆਂ। ਤੁਸੀਂ ਇਮੈਜਿਨ ਕਰੋ, ਉਹਦਾ ਸਾਰਾ ਜੀਪੀ ਫੰਡ, ਉਹਦਾ ਸਾਰਾ ਲੀਵ ਇਨਕੈਸ਼ਮੈਂਟ ਗੇਟ ਹੀ ਖਾ ਜਾ। ਦੋਸਤੋ ਹੁਣ ਆਪਾਂ ਪਾਰਕ 'ਚ ਚੱਲਾਂਗੇ ਰਵੀ ਸਾਹਿਬ, ਮੈਂ ਕਹਿੰਦਾ ਲੋਕੇਸ਼ਨ ਹੋ ਗਈ। ਅੱਛਾ ਹੈ ਇੱਧਰ ਹੀ, ਕੀ ਬਾਤ ਹੈ। ਮੈਂ ਕਹਿੰਦਾ ਆਲ ਓਵਰ, ਮੈਨੂੰ ਲੱਗ ਰਿਹਾ ਆਲ ਓਵਰ ਲੋਕੇਸ਼ਨ ਕ੍ਰੀਏਟ ਕਰੀ ਹੋਈ ਹੈ ਨਾ ਜੀ। ਮੈਂ ਕਹਿੰਦਾ ਜਿੱਧਰ ਨੂੰ ਵੀ ਜਾਓ ਹਰ ਇੱਕ ਪਾਸੇ, ਮੈਂ ਕਹਿੰਦਾ ਲਓ ਜੀ ਦੋਸਤੋ, ਹੁਣ ਤੁਹਾਨੂੰ ਅਸੀਂ ਪੁਰਾਣੇ ਘਰ 'ਚ ਦਿਖਾਏ ਸੀਗੇ, ਤੇ ਥੋੜ੍ਹਾ 2 ਕਦਮ ਤੁਰੇ ਤੇ ਹੁਣ ਅਸੀਂ ਪਾਰਕ 'ਚ ਐਂਟਰ ਹੋ ਗਏ। ਰਵੀ ਸਾਹਿਬ ਪਾਰਕ ਦੇ ਵਿੱਚ ਆਪਾਂ ਆ ਗਏ ਆਂਗੇ, ਇੱਥੇ ਮੈਂ ਦੇਖ ਰਿਹਾ ਹਾਂ ਸ਼ਾਵਰ ਬਣੇ ਹੋਏ ਨੇ। ਦੇਖੋ ਇਹਦੇ ਵਿੱਚ ਪਤਾ ਕੀ ਹੈ, ਇਹਨੂੰ ਪੁਰਾਣੇ ਜ਼ਮਾਨੇ 'ਚ ਅਸੀਂ ਔਲੂ ਕਹਿੰਦੇ ਸੀ। ਔਲੂ
ਜੀ। ਇਹ ਛੋਟਾ ਔਲੂ ਹੈ, ਇਹ ਵੱਡਾ ਔਲੂ ਹੈ ਤੇ ਇਹਨੂੰ ਭਰ ਜਾਂਦੇ ਸੀ ਪਾਣੀ ਦਾ ਭਰ ਕੇ। ਅਗਰ ਕਿਸੇ ਦਾ ਨਹਾਉਣ ਨੂੰ ਜੀ ਕਰਦਾ ਹੈ ਤਾਂ ਉਹ ਨਾਲ ਵੀ ਫਰੈਸ਼ ਮੋਟਰ ਲੱਗੀ ਹੋਈ ਹੈ, ਫਰੈਸ਼ ਵਾਟਰ ਹੈ, ਬਹੁਤ ਸਰਦੀਆਂ ਦੇ ਵਿੱਚ ਵੀ ਇੰਨਾ ਤੱਤਾ ਪਾਣੀ ਨਿਕਲਦਾ, ਅੱਛਾ ਜੀ, ਲੋੜ ਹੀ ਨਹੀਂ ਪੈਂਦੀ, ਅਸੀਂ ਫਰੈਸ਼ ਪਾਣੀ ਪੀਂਦੇ ਹਾਂ। ਤੁਸੀਂ ਯਕੀਨ ਕਰੋ ਕਿ ਅੱਜ ਤੱਕ ਮੈਨੇ ਉਹ ਜਿਹੜੀਆਂ ਜਿਹਨੂੰ ਫਿਲਟਰਡ ਵਾਟਰ ਕਹਿੰਦੇ ਨੇ, ਮਿਨਰਲ ਵਾਟਰ ਕਹਿੰਦੇ ਨੇ, ਉਹ ਤੁਹਾਨੂੰ ਪਤਾ ਨਹੀਂ ਸ਼ਾਇਦ, ਤੇ ਇਹ ਸਾਇੰਸ ਨੇ ਗੱਲ ਸਾਬਿਤ ਕਰ ਦਿੱਤੀ, ਉਹ ਵਿਟਾਮਿਨ B12 ਦੀ ਕਮੀ ਕਰਦਾ ਹੈ ਬੰਦੇ 'ਚ। ਫਿਲਟਰ ਵਾਟਰ, ਫਿਲਟਰ ਵਾਟਰ 100% ਉਹਦੇ 'ਚ ਕੀ ਕੈਮੀਕਲ ਨਿਕਲ ਗਿਆ, ਕੀ ਆ ਗਿਆ ਪਤਾ ਨਹੀਂ, ਤੇ ਬੰਦਾ ਜਿਹੜਾ ਰੈਗੂਲਰ ਉਹ ਪੀਂਦਾ ਹੈ ਉਹਦੇ ਵਿੱਚ ਵਿਟਾਮਿਨ B12 ਦੀ ਕਮੀ ਹੋ ਜਾਂਦੀ ਹੈ। ਤੇ ਵਿਟਾਮਿਨ B12 ਦਾ ਸਿੱਧਾ ਅਸਰ ਜਿਹੜਾ ਹੈਗਾ ਅੱਖਾਂ ਤੇ ਵੀ ਪੈਂਦਾ ਤੇ ਜੋੜਾਂ ਤੇ ਵੀ ਪੈਂਦਾ। ਰਫੀ ਸਾਹਿਬ, ਇਹ ਗੱਲਾਂ ਜਿਹੜੀਆਂ ਤੁਸੀਂ ਜਿਵੇਂ ਦੱਸ ਰਹੇ ਹੋਗੇ ਵੀ ਹੈ ਨਾ, ਫਿਲਟਰ ਪਾਣੀ ਨਹੀਂ ਪੀਣਾ ਚਾਹੀਦਾ, ਇਹ ਚੀਜ਼ਾਂ ਇਹ ਜਿਵੇਂ ਇਹ ਬੰਦਾ ਉਹ ਦੱਸ ਸਕਦਾ ਜਿਹੜਾ ਧਰਤੀ ਨਾਲ ਜੁੜਿਆ ਹੋਵੇ ਜਾਂ ਫਿਰ ਮਿੱਟੀ ਨਾਲ ਜੁੜਿਆ ਹੋਵੇ। ਕਹਿੰਦੇ ਹੈਪਾਟਾਈਟਸ ਜਿਹੜਾ ਹੈਗਾ, ਹੈਪਾਟਾਈਟਸ C ਹੈ ਜੀ, ਵੀ ਹੈਪਾਟਾਈਟਸ ਜਿਹੜਾ ਹੈਗਾ ਜੀ, ਉਹ ਪਾਣੀ ਨਾਲ ਤਾਂ ਨਹੀਂ ਹੁੰਦਾ ਜੀ, ਬਿਲਕੁਲ। ਅਗਰ ਤੁਸੀਂ ਮੰਨ ਲਓ 1 ਮਿੰਟ ਥੋੜਾ ਜਿਹਾ ਗੰਦਲਾ ਪਾਣੀ ਵੀ ਪੀ ਲਓਗੇ ਫਿਰ ਕੀ ਹੋ ਗਿਆ, ਮਿੱਟੀ ਵਾਲਾ ਪਾਣੀ ਪੀ ਲਓਗੇ ਫਿਰ ਕੀ ਹੋ ਗਿਆ, ਕੁਝ ਵੀ ਨਹੀਂ ਹੋਣਾ। ਅਸਲੀ ਜਿਹੜਾ ਹੈਪਾਟਾਈਟਸ ਹੈ ਉਹ ਤਾਂ ਸਰ ਜਿਹੜੇ ਆਪਣੇ ਘਰਾਂ ਦੇ ਵਿੱਚ ਨਹੀਂ ਪਏ ਬਰਸ਼, ਜੀ, 7 ਬਰਸ਼ ਇੱਕ ਗਲਾਸ 'ਚ ਪਏ ਨੇ, ਜੀ, ਉਹ ਹੈ ਹੈਪਾਟਾਈਟਸ। ਅਤੇ ਤੁਸੀਂ ਸ਼ੇਵ ਕਰਨ ਗਏ, ਉਹਨੇ ਕੋਈ ਗੰਦਾ ਜਿਹੜਾ ਸੀਗਾ ਇਸਤੇਮਾਲ ਕਰਤਾ, ਉਹ ਹੈ ਹੈਪਾਟਾਈਟਸ। ਕੀ ਬਾਤ ਹੈ। ਮੈਂ ਚਾਹੂੰਗਾ ਪਰ ਰਫੀ ਸਾਹਿਬ ਥੋੜਾ ਸਾਹਮਣੇ ਦੇਖੇ ਕਿ ਗੱਡੀ ਖੜੀ ਆ ਪੁਰਾਣੀ ਇੱਕ, ਹੈ ਨਾ, ਕਿਉਂਕਿ ਅੱਜ ਕੱਲ੍ਹ ਤਾਂ ਜਿਵੇਂ ਕਹਿੰਦੇ ਫੋਰਚੂਨਰਾਂ ਦੇ ਜ਼ਮਾਨੇ ਨੇ, ਡਰਾਈਵਰਾਂ ਦੇ ਜ਼ਮਾਨੇ ਨੇ, ਬੜੀਆਂ ਮਹਿੰਗੀਆਂ ਗੱਡੀਆਂ ਨੇਗੀਆਂ ਉਹ, ਪਰ ਮੈਂ ਦੇਖ ਰਿਹਾ ਕਿ ਹਜੇ ਵੀ ਤੁਸੀਂ ਇੱਕ ਪੁਰਾਣੀ ਤੋਹਫਾ, ਮੈਂ ਤਾਂ ਪੁਰਾਣਾ ਤੋਹਫਾ ਹੀ ਕਹੂੰਗਾ ਕਿਉਂਕਿ ਇਹ ਚੀਜ਼ਾਂ ਨਾ ਦੁਰਲੱਭ ਹੋਈਆਂ ਨੇ, ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲਦੀਆਂ, ਤੁਸੀਂ ਹਜੇ ਵੀ ਸਾਂਭ ਕੇ ਰੱਖਿਆ। ਇਹ ਗੱਡੀ ਦਾ ਵੀ ਕੋਈ ਖਾਸ ਰੀਜ਼ਨ ਮੇਰੇ ਖਿਆਲ ਨਾਲ ਹੋਣਾ ਜਿਹੜੀ ਤੁਸੀਂ ਸਾਂਭ ਕੇ ਰੱਖੀ ਹੈ ਜੀ। ਇਹਦਾ ਇਹ ਹੈਗਾ ਸਰ, ਇਹ ਅੰਬੈਸਡਰ ਹੈ ਜੀ, ਤੇ ਹੁਣ ਤੁਸੀਂ ਇਮੇਜਿਨ ਕਰੋ, ਮੇਰੇ ਯਾਦ ਹੈ ਵੀ ਮੇਰੇ ਕਿਸੇ ਰਿਸ਼ਤੇਦਾਰ ਨੇ, ਉਹਨੇ ਮਾਰੂਤੀ ਗੱਡੀ ਲਈ ਸੀ, ਓਕੇ, ਤੇ ਉਹਨਾਂ ਦੀ ਬੱਚੀ ਜਿਹੜੀ ਸੀਗੀ ਉਹ ਯੂਨੀਵਰਸਿਟੀ ਪੜ੍ਹਨ ਚਲੀ ਗਈ ਜੀ, ਓਕੇ, ਤੇ ਉਹਨੂੰ ਬੱਚੀ ਨੇ ਇੰਸਟਰਕਸ਼ਨ ਕੀਤੀ ਆਪਣੇ ਬਾਪ ਨੂੰ ਵੀ ਡੈਡੀ ਜੇ ਮੈਨੂੰ ਮਿਲਣਾ ਆਉਣਾ ਤਾਂ ਤੁਸੀਂ ਮਾਰੂਤੀ ਗੱਡੀ ਨਾਲ ਲੈ ਕੇ ਆਇਓ। ਮਾਰੂਤੀ ਗੱਡੀ ਨਾਲ ਲੈ ਕੇ ਆਇਓ, ਮੇਰੀ ਇਨਸਲਟ ਹੋਏਗੀ। ਅੱਛਾ, ਮੇਰੀਆਂ ਸਾਰੀਆਂ ਸਹੇਲੀਆਂ ਵੱਡੀਆਂ ਇੰਡੀਵਰ ਚੱਕੀਆਂ ਫਿਰਦੀਆਂ ਨੇ, ਤੁਸੀਂ ਉਹ ਨਾਲ ਲੈ ਕੇ ਆਇਓ, ਮੇਰੀ ਇਨਸਲਟ ਹੋਏਗੀ। ਇਹ ਗੱਲ ਤੁਸੀਂ ਇਹ ਦੇ। ਉਹ ਤੋਂ ਬਾਅਦ ਮੈਨੇ ਕਿਹਾ ਵੀ ਚਲੋ ਪੰਗਾ ਲੈਂਦੇ ਹਾਂ, ਇਹ ਗੱਡੀ ਬਹੁਤ ਕੋਸਟਲੀ ਨਹੀਂ ਹੈਗੀ। ਅੱਛਾ ਜੀ। ਪਰ ਇਹਨੂੰ ਰੈਨੋਵੇਟ ਕਰਵਾਇਆ, ਰੈਨੋਵੇਟ ਕਰਾਉਣ ਤੋਂ ਬਾਅਦ ਹੁਣ ਜਦੋਂ ਨਿਕਲਦੀ ਹੈ ਇਹ ਗੱਡੀ, ਇਹ ਉਹੀ ਦੇਸੀ ਗੱਡੀ ਹੈ ਹੁਣ ਜਿਹਨੂੰ ਲੋਕ ਜਿਹੜੇ ਨੇ ਦੇਖਦੇ ਹੋਣ, ਖੜ ਕੇ ਵੇਖਦੇ ਨੇ, ਕਿਉਂਕਿ ਪਤਾ ਕੀ ਹੈ, ਕੁਛ ਵੀ ਨਹੀਂ ਯਾਰ, ਕੁਛ ਵੀ ਨਹੀਂ। ਇੱਕ ਸ਼ੇਰ ਮੈਂ ਲਿਖਿਆ ਸੀ ਕਿ ਕਹੋ तो ये करिश्मा भी दिखा दूँ, कहो तो आपको जीना सिखा दूँ, ख्यालों के बदन खाली पड़े हैं, कहो तो इन पे कुछ चेहरे सजा दूँ। एक और देखो क्या जज्बाती शेर है यार, कि कहो तो ये करिश्मा भी दिखा दूँ, कहो तो आपको जीना सिखा दूँ, ख्यालों के बदन खाली पड़े हैं, कहो तो इन पे कुछ चेहरे सजा दूँ। एक ख्यालों के बदन सीगे जिन्हां पर चेहरे सजाए गए। और एक बड़ा ज़ाती शेर है, निगाहों पर तो काबू पा लिया है, निगाहों पर तो काबू पा लिया है, कहो तो दिल पे भी पहरे बिठा दूँ। क्या बात है, क्या बात है। रूह ਨੂੰ ਬਾਕੀ ਯਾਰ ਝੰਜੋੜਨ ਵਾਲੀਆਂ ਗੱਲਾਂ ਨੇ ਸੋਏ ਰਫੀ ਸਾਹਿਬ। ਕੁਛ ਨਹੀਂ ਯਾਰ, ਕੁਛ ਨਹੀਂ, ਤੁਸੀਂ ਤੁਹਾਡੀ ਮਰਜ਼ੀ ਹੈ। ਮੈਂ ਬੱਚਿਆਂ ਨੂੰ ਆਮ ਤੌਰ ਤੇ ਗੱਲ ਕਹਿਣਾ ਵੀ ਤੁਹਾਡੀ ਯਾਰ ਮਰਜ਼ੀ ਹੈ, ਤੁਹਾਨੇ 18 ਸਾਲ ਦੀ ਉਮਰ 'ਚ ਬੁੜਾ ਰਹਿਣਾ ਹੈ ਜਾਂ ਤੁਸੀਂ 80 ਸਾਲ ਦੀ ਉਮਰ ਤੱਕ ਜਵਾਨ ਰਹਿਣਾ ਹੈ। ਬੁੱਢਾ ਬੰਦਾ ਨਹੀਂ ਹੁੰਦਾ, ਉਹਦੇ ਖਿਆਲਾਤ ਹੁੰਦੇ ਨੇ। ਬਿਲਕੁਲ ਰਫੀ ਸਾਹਿਬ, ਮੈਂ ਇੱਧਰ ਦੇਖ ਰਿਹਾ ਹਾਂਗਾ ਇੱਕ ਨਾ ਪੁਰਾਣਾ ਗੱਡਾ ਖੜਾ ਹੈ। ਅਕਸਰ ਜਿਹੜੇ ਆਪਾਂ ਗੱਡੇ ਦੇਖਦੇ ਹੁੰਦੇ ਸੀਗੇ ਪੁਰਾਣੇ ਸਮੇਂ ਦੇ, ਜਾਂ ਫਿਰ ਜਿਹੜੇ ਫਿਲਮਾਂ ਦੇ ਵਿੱਚ ਗੱਡੇ ਦੇਖਦੇ ਆਂਗੇ, ਉਹਨਾਂ ਦੇ ਉੱਤੇ ਸੰਦੂਕ ਨਹੀਂ ਦੇਖਣ ਨੂੰ ਮਿਲਦੇ ਸੀਗੇ, ਪਰ ਤੁਸੀਂ ਗੱਡੇ ਦੇ ਉੱਤੇ ਸੰਦੂਕ ਨੂੰ ਇਸ ਹਿਸਾਬ ਨਾਲ ਫਿੱਟ ਕਰਤਾ ਕਿ ਮੈਂ ਕਹਿੰਦਾ ਜੇ ਮੈਂ ਹੁਣ ਉਹਦੇ ਅੰਦਰ ਦਾ ਸ਼ਾਟ ਦਰਸ਼ਕਾਂ ਨੂੰ ਦਿਖਾ ਦਾਂ, ਦਰਸ਼ਕਾਂ ਦਿਲ ਕਰੂ ਯਾਰ ਵੀ ਮੈਂ ਤਾਂ ਚਾਹ ਇਹਦੇ ਅੰਦਰ ਹੀ ਬਹਿ ਕੇ ਪੀਣੀ ਹੈ, ਕੋਈ ਇੰਨਾ ਸੁੰਦਰ ਦ੍ਰਿਸ਼ ਕਰਤਾ ਤੁਸੀਂ। ਇਹ ਦਰਸ਼ਕਾਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ, ਇਹ ਗੱਡਾ ਨਹੀਂ, ਇਹ ਸਰ ਸਾਡੀਆਂ ਪਿਛਲੀਆਂ ਜਿਹੜੀਆਂ ਮਤਲਬ 5 ਪੀੜ੍ਹੀਆਂ ਤੋਂ ਪਹਿਲਾਂ ਦੀ ਪੀੜ੍ਹੀਆਂ ਨੇ, ਸਾਰੇ ਸਾਡੇ ਘਰ ਨੇ। ਇਹ ਸਾਡਾ ਏਸੀ ਹੈ, ਇਹ ਸਾਡਾ ਏਸੀ ਹੈ, ਇਹ ਵਿੰਡੋਆਂ ਨਹੀਂ ਸਰ, ਇਹ ਏਸੀ ਨੇ। ਔਰ ਤੁਸੀਂ ਇਹ ਦੇਖ ਲਓ ਵੀ ਇਹਦੇ ਵਿੱਚ ਗੱਡੇ 'ਚ ਉੱਪਰ ਸਰਕੰਡਾ ਜਿਹਨੂੰ ਅਸੀਂ ਕਹਿੰਦੇ ਆ, ਉਹ ਪਿਆ ਹੋਇਆ। ਤੇ ਅਗਰ ਸਰਦੀਆਂ ਦੇ ਵਿੱਚ ਬਿਲਕੁਲ ਵੀ ਇਹਦੇ ਵਿੱਚ ਇੰਨੀ ਨਿੱਘ ਸੀਗੀ, ਤੁਸੀਂ ਸੋਚ ਵੀ ਨਹੀਂ ਸਕਦੇ ਸਰ। ਔਰ ਮੇਰਾ ਖਿਆਲ ਹੈ ਕਦੇ ਵੀ ਸਾਨੂੰ ਮਹਿਸੂਸ ਨਹੀਂ ਹੋਇਆ। ਹੁਣ ਮੇਰੇ ਫਰੈਂਡ ਕੁਛ ਆਏ, ਉਹ ਕਹਿੰਦੇ ਜੀ ਸਰਦੀਆਂ ਦੇ ਵਿੱਚ, ਕਹਿੰਦੇ ਜੀ ਅਸੀਂ
ਕਈ ਫੈਮਲੀਆਂ ਜਿਹੜੀਆਂ ਨੇ ਇਹਦੇ 'ਚ ਰਾਤ ਕੱਟ ਕੇ ਗਈਆਂ ਨੇ। ਉਹ ਕਹਿੰਦੇ ਵੀ ਅਸੀਂ ਆਓ ਤੁਹਾਨੂੰ ਦਿਖਾਉਣਾ ਵੀ ਇਹਦਾ ਅੰਦਰਲਾ ਸੀਨ। ਬਿਲਕੁਲ ਬਿਲਕੁਲ, ਮੈਂ ਦਰਸ਼ਕ ਵੀ ਸੋਚ ਰਹੇ ਹੋਣਗੇ ਕਿ ਅੰਦਰਲਾ ਦ੍ਰਿਸ਼ ਦੇਖਣਾ ਜ਼ਰੂਰੀ ਹੈ, ਕਿਉਂਕਿ ਖਾਲੀ ਸ਼ਾਟ ਜ਼ਰੂਰ ਦੇਖੇ ਨੇ ਪਰ ਵਾਕਈ ਉਹ ਚੀਜ਼ ਹੈ ਜਾਂ ਨਹੀਂ ਮੇਰੇ ਖਿਆਲ ਨਾਲ ਉਹ ਆਪਾਂ ਬਿਲਕੁਲ ਸਾਬਤ ਕਰ ਸਕਦੇ ਹਾਂ। ਬਿਲਕੁਲ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਚੰਗੀ ਤਰ੍ਹਾਂ ਸ਼ਾਟ ਮਾਰ ਕੇ ਦਿਖਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਇੰਨਾ ਸ਼ਾਨਦਾਰ ਵਿਊ ਹੈ, ਇੰਨਾ ਚੰਗਾ ਵਿਊ ਹੈ। ਪਰ ਮੇਰੇ ਖਿਆਲ ਨਾਲ ਰਫੀ ਸਾਹਿਬ ਅੱਜ ਤੋਂ ਬਾਅਦ ਪਹਿਲਾਂ ਮੈਂ ਇਹ ਚੀਜ਼ ਕਦੇ ਨਹੀਂ ਦੇਖੀ ਹੈਗੀ, ਕਿਉਂਕਿ ਨਾ ਹੀ ਦਰਸ਼ਕਾਂ ਨੇ ਦੇਖੇ ਹੋਣੇ, ਕਿਉਂਕਿ ਇਹ ਚੀਜ਼ਾਂ ਜੋ ਪਹਿਲਾਂ ਵੀ ਕਿਹਾ ਸੀ ਦੁਰਲੱਭ ਨੇ ਇਹ ਚੀਜ਼ਾਂ। ਪਰ ਤੁਹਾਡਾ ਖਿਆਲ ਕਿਵੇਂ ਆਇਆ ਦਿਮਾਗ ਦੇ ਵਿੱਚ, ਆਈਡੀਆ ਕਿਵੇਂ ਆਇਆ ਯਾਰ ਵੀ ਇਹ ਚੀਜ਼ ਤਿਆਰ ਕਰ ਲਈਏ? ਕੁਛ ਨਹੀਂ, ਮੈਂ ਤੁਹਾਡੀ ਜਾਣਕਾਰੀ ਲਈ ਗੱਲ ਦੱਸ ਦਿਆਂ ਜੀ ਜੀ ਕਿ ਇਹਦੀ ਕੋਈ ਪਲੈਨਿੰਗ ਨਹੀਂ ਕੀਤੀ। ਵਿਦਆਊਟ ਪਲੈਨਿੰਗ ਮੇਰੇ ਮਨ ਨੇ ਕਿਹਾ ਵੀ ਯਾਰ ਨਿੰਮਾਂ ਅਲੋਪ ਹੋ ਰਹੀਆਂ ਨੇ, ਮੇਰੇ ਕੋਲ ਉਰੇ 10 ਨਿੰਮਾਂ ਨੇ। ਮੇਰੇ ਮਨ ਨੇ ਕਿਹਾ ਯਾਰ ਪਿੱਪਲ ਤੇ ਬਰੋਟਾ ਇਕੱਠੇ ਦਿਖਦੇ ਨਹੀਂ। ਤੁਸੀਂ ਯਕੀਨ ਕਰੋ ਮੈਨੇ ਨਿੰਮ ਤੇ ਪਿੱਪਲ ਸਰ ਉਹਨਾਂ ਦੀ ਜੋ ਗਲਵੱਕੜੀ ਪਵਾਈ ਹੈ। ਅੱਛਾ, ਨਿੰਮ ਤੇ ਪਿੱਪਲ ਦੀ ਗਲਵੱਕੜੀ ਸਰ, ਕੀ ਬਾਤ ਹੈ, ਕੀ ਮਜ਼ਾ ਆ ਜਾਊਗਾ ਉਹ ਚੀਜ਼ ਦੇਖ ਕੇ। ਆ ਦੇਖੋ ਇੱਧਰ ਦੋਸਤੋ ਆ ਜਾਓ, ਤੁਹਾਨੂੰ ਵੀ ਅਸੀਂ ਦਿਖਾਵਾਂਗੇ। हाँ यस हाँ या देखो सर, क्या बात है, क्या यार फ्रेंडशिप है, क्या कुदरत दा करिश्मा, क्या वैलेंटाइन डे है। क्या बात है। आ निम है ਤੇ ਆ ਪਿੱਪਲ ਹੈ। ਦੋਸਤੋ ਕੁਦਰਤ ਦਾ ਕਰਿਸ਼ਮਾ ਦੇਖੋ ਯਾਰ ਤੁਸੀਂ, ਹੈ ਨਾ। ਆ ਦੇਖੋ ਸਰ, ਜਿਵੇਂ ਹੁੰਦਾ ਨਾ ਵੀ ਇੱਕ ਜਿਸਮ ਦੋ ਜਾਨ। ਕੀ ਬਾਤ। ਔਰ ਤੁਸੀਂ ਇਹ ਦੇਖੋ ਵੀ ਇਹ ਪਤਾ ਕੀ ਹੈ, ਇਹ ਦੋਨੀ ਜਿਹੜੇ ਸੀਗੇ ਇਹ ਇਦਾਂ ਹੀ ਉੱਗੇ ਨੇ ਨੈਚੁਰਲੀ, ਇਹ ਨੈਚੁਰਲੀ ਉੱਗੇ। ਕੁਝ ਦਰਖਤ ਉਰੇ ਨੈਚੁਰਲ ਉੱਗੇ ਨੇ ਤੇ ਮੈਨੇ ਉਹਨਾਂ ਨੂੰ ਛੇੜਿਆ ਨਹੀਂ, ਉਹ ਦਰਖਤਾਂ ਨੂੰ ਬਿਲਕੁਲ ਨਹੀਂ ਛੇੜਿਆ ਮੈਂ। ਬਿਲਕੁਲ ਬਸ ਇਹ ਸੀਗਾ। ਤੇ ਰਫੀ ਸਾਹਿਬ ਆਪਾਂ ਅੱਗੇ ਚੱਲੀਏ, ਇੱਕ ਪੁਰਾਣੀਆਂ ਲੋਕੇਸ਼ਨਾਂ ਮੈਨੂੰ ਕੁਝ ਹੋਰ ਵੀ ਦਿਖ ਰਹੀਆਂ ਨੇ ਕਿ ਹਾਂ ਸਾਡੇ ਦਰਸ਼ਕ ਵੀ ਦੇਖਣੇ ਚਾਹੁੰਦੇ ਹੋਣਗੇ, ਆਪਾਂ ਅੱਗੇ ਚੱਲ ਕੇ ਮੈਂ ਚਾਹੂੰਗਾ ਕਿ ਉਹ ਵੀ ਦਿਖਾ ਦਈਏ। ਬਿਲਕੁਲ ਦੇਖ ਲਓ ਸਰ। ਰਫੀ ਸਾਹਿਬ ਇੱਧਰ ਵੀ ਮੈਨੂੰ ਲੱਗ ਰਿਹਾ ਕੁਝ ਹੈ ਨਾ, ਜਿਵੇਂ ਲੋਕੇਸ਼ਨ ਟਾਈਪ ਬਣਾਇਆ। ਇੱਧਰ ਕਿਹੜੀ ਚੀਜ਼ ਦੀ ਲੋਕੇਸ਼ਨ ਹੈ? ਉੱਧਰ ਮੈਂ ਮਤਲਬ ਇਹ ਸੋਚਿਆ ਹੈਗਾ ਵੀ ਜਿਹੜੇ ਬੱਚੇ ਪਤਾ ਕੀ ਹੈ, ਜਿਨ੍ਹਾਂ ਦੇ ਘਰ ਏਸੀ ਨਹੀਂ ਜੀ, ਉਹ ਦੁਪਹਿਰੇ ਆਪਣੇ ਸ਼ਾਂਤੀ ਦੇ ਨਾਲ ਬਿਤਾਉਣਾ ਚਾਹੁੰਦੇ ਨੇ, ਤੇ ਮੈਂ ਉਹਨਾਂ ਲਈ ਉਹ ਉਧਰਲਾ ਪੋਰਸ਼ਨ ਜਿਹੜਾ ਹੈਗਾ ਉਹ ਬਣਾਇਆ। ਤੇ ਇੱਥੇ ਮੈਂ ਸੋਚਿਆ ਵੀ ਯੋਗਾ ਕਲਾਸਿਸ ਲਗਾਈਏ, ਯੋਗਾ ਦੀਆਂ ਕਲਾਸਿਸ ਲਾਈਏ। ਤੇ ਉਹਦੇ ਵਿੱਚ ਇਹ ਹੈਗਾ ਵੀ ਜੇ ਬੰਦੇ ਦਾ ਤਾਲੀ ਮਾਰਨ ਨੂੰ ਜੀ ਕਰਦਾ ਤਾਂ ਉਹ ਤਾਲੀ ਮਾਰ ਲਵੇ। ਉਹ ਕਹਿੰਦੇ ਨੇ ਵੀ ਪੰਪਿੰਗ ਵਗੈਰਾ ਹੁੰਦੀ ਹੈ ਜੀ, ਹੱਥਾਂ ਦਾ ਪ੍ਰੈਸ਼ਰ ਹੁੰਦਾ ਹੈ, ਕੋ ਪ੍ਰੈਸ਼ਰ ਹੈ ਦਿਸ ਵੀ ਦੈਟ ਵੇ। ਤੇ ਇੱਕ ਮੈਂ ਉਧਰ ਬਣਾਇਆ ਐਂਟੀ ਡਿਪਰੈਸ਼ਨ ਵਿੰਗ। ਅਗਰ ਕਿਸੇ ਬੰਦੇ ਨੂੰ ਅੱਜ ਦੀ ਜਿਹੜੀ ਦੁਨੀਆ ਹੈਗੀ ਆ, ਅੱਜ ਦੀ ਜਿਹੜੀ ਚੀਜ਼ ਹੈ ਉਹ ਡਿਪਰੈਸ਼ਨ ਭਰੀ ਹੈ, ਡਿਪਰੈਸ਼ਨ ਭਰੀ ਚੀਜ਼ ਹੈ ਇਹ ਜਿਹੜੀ ਹੈਗੀ ਹੈ। ਇਹ ਡਿਪਰੈਸ਼ਨ, ਐਂਟੀ ਡਿਪਰੈਸ਼ਨ, ਅਗਰ ਕਿਸੇ ਬੰਦੇ ਨੂੰ ਡਿਪਰੈਸ਼ਨ ਹੈ ਜੀ, ਦੇਖੋ ਮੈਂ ਆਪਣੇ ਬੱਚਿਆਂ ਨੂੰ ਇਹ ਗੱਲ ਕਹਿ ਰਿਹਾ ਵੀ ਪੁੱਤਰ ਜ਼ਿੰਦਗੀ ਦੇ ਵਿੱਚ ਹਿੰਮਤ ਨਾ ਹਾਰਿਓ। ਕੀ ਬਾਤ। ਜੇ ਕਿਸੇ ਦਾ ਅੱਜ ਦੀ ਦੁਨੀਆ 'ਚ ਹੱਸਣ ਨੂੰ ਜੀ ਕਰਦਾ ਹੈ ਤਾਂ ਉਹਨੂੰ ਹੱਸ ਲੈਣਾ ਚਾਹੀਦਾ ਹੈ। ਬਿਲਕੁਲ। ਜੇ ਉਹਦਾ ਰੋਣ ਨੂੰ ਜੀ ਕਰਦਾ ਤਾਂ ਉਹਨੂੰ ਰੋ ਲੈਣਾ ਚਾਹੀਦਾ। ਰਫੀ ਸਾਹਿਬ ਮੈਂ ਦੇਖ ਰਿਹਾ ਇੱਥੇ ਤੁਸੀਂ ਨਾ ਜਿਵੇਂ ਇੱਕ ਲੋਕੇਸ਼ਨ ਤਿਆਰ ਕਰੀ ਹੈਗੀ ਪੰਛੀਆਂ ਵਾਸਤੇ ਕਰੀ, ਪੰਛੀ ਨਹਾ ਵੀ ਰਹੇ ਨੇ, ਵਿੱਚ ਸ਼ਾਰਟ ਵੀ ਚੱਲ ਰਹੇ ਹੋਣਗੇ ਟੀਵੀ ਦੇ ਉੱਤੇ, ਤੇ ਨੀਚੇ ਦੀ ਇੱਕ ਫਲਾਈਓਵਰ ਵੀ ਉੱਪਰ ਦੇ ਤਿਆਰ ਕਰਤਾ ਵੀ ਥੱਲੇ ਦੀ ਜਿੱਧਰ ਮਰਜ਼ੀ ਦਿਲ ਕਰਦਾ ਟਹਿਲ ਲਓ, ਜਿੱਧਰ ਮਰਜ਼ੀ ਚਲੇ ਜਾਓ। ਇਹ ਫਿਰ ਸਪੈਸ਼ਲ ਪੰਛੀਆਂ ਵਾਸਤੇ ਤਿਆਰ ਕਰੀ ਹੈ ਜੀ? ਨਹੀਂ, ਇਹ ਬੱਤਕਾਂ ਲਈ, ਡਕਸ ਲਈ। ਓਕੇ। ਦੇਖੋ ਮੇਰੇ ਹਿਸਾਬ ਨਾਲ ਅਗਰ ਤੁਸੀਂ ਜਾਨਵਰ ਰੱਖਣੇ ਨੇ ਜੀ, ਜੇ ਉਹਨਾਂ ਨੂੰ ਪ੍ਰੋਪਰ ਐਨਵਾਇਰਨਮੈਂਟ ਜਾਂ ਪ੍ਰੋਪਰ ਉਹਨਾਂ ਨੂੰ ਐਟਮੋਸਫੀਅਰ ਨਹੀਂ ਦੇਣਾ ਤਾਂ ਫਿਰ ਤੁਹਾਨੂੰ ਜਾਨਵਰ ਰੱਖਣ ਦਾ ਕੋਈ ਅਧਿਕਾਰ ਨਹੀਂ। ਐਟਲੀਸਟ ਜਾਨਵਰ ਦੀ ਜੋ ਡਿਮਾਂਡ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਸਰ। ਬਿਲਕੁਲ। ਰਫੀ ਸਾਹਿਬ ਇੱਕ ਇੱਥੇ ਨਾ ਮੈਨੂੰ ਦਿਖ ਰਿਹਾ ਹੈਗਾ, ਜਿਵੇਂ ਮੈਨੂੰ ਨਾ ਪੰਜਾਬੀ ਯੂਨੀਵਰਸਿਟੀ ਦਾ ਇੱਕ ਥੀਏਟਰ ਗਰਾਊਂਡ ਯਾਦ ਆ ਰਿਹਾ ਹੈਗਾ। ਮੇਰੇ ਖਿਆਲ ਨਾਲ ਇਹ ਤੁਸੀਂ ਉਸੇ ਚੀਜ਼ ਨੂੰ ਸੋਚ ਕੇ ਲੋਕੇਸ਼ਨ ਤਿਆਰ ਕਰੀ ਜਾਂ ਇਹਦਾ ਕੋਈ ਹੋਰ ਰੀਜ਼ਨ ਹੈ? ਕਿਉਂਕਿ ਇਹ ਚੀਜ਼ਾਂ ਇਹ ਜ਼ਿਆਦਾ ਯੂਨੀਵਰਸਿਟੀ ਦੇਖਣ ਨੂੰ ਜਾਂ ਫਿਰ ਇੱਕ ਪੁਰਾਣੇ ਸਮੇਂ ਮਹਾਰਾਜਾ ਦੇ ਵੇਲੇ ਹੁੰਦੀਆਂ ਸੀਗੀਆਂ, ਜਦੋਂ ਮਹਾਰਾਜਾ ਵਿਚਾਲੇ ਬਹਿ ਕੇ ਕੋਈ ਹੁਕਮ ਸੁਣਾਉਂਦਾ ਹੁੰਦਾ ਸੀਗਾ। ਇਹਨੂੰ ਤਿਆਰ ਕਰਨ ਦਾ ਅਸਲ ਰੀਜ਼ਨ ਕੀ ਹੈ? ਦੇਖੋ ਪਤਾ ਕੀ ਹੈ, ਮੇਰਾ ਜਿਹੜਾ ਫੀਲਡ ਹੈ, ਮੈਂ ਖੁਦ ਵੀ ਥੀਏਟਰ ਕੀਤਾ ਹੈ ਜੀ, ਤੇ ਤਕਰੀਬਨ ਮੇਰੇ 54 ਪਲੇਜ਼ ਨੇ ਜਿਹੜੇ ਉਹ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਵਿੱਚ ਜ਼ੋਨਲ ਫੈਸਟੀਵਲਾਂ 'ਚ, ਯੂਨੀਵਰਸਿਟੀ ਦੇ ਕੰਪੀਟੀਸ਼ਨ, ਫਾਈਨਲ, ਇੰਟਰਜ਼ੋਨਲ, ਉਹਨਾਂ ਵਿੱਚ ਉਹਨਾਂ ਨੇ ਕੋਈ ਨਾ ਕੋਈ ਪੋਜੀਸ਼ਨ ਜਿਹੜੀ ਹੈ ਹਾਸਿਲ ਕੀਤੀ ਹੈ। ਤੇ ਮੈਨੇ ਜ਼ਿੰਦਗੀ ਦੇ ਵਿੱਚ 15 ਨਾਟਕਾਂ ਦੇ ਵਿੱਚ 15 ਨਾਟਕਾਂ ਐਜ਼ ਹੀਰੋ ਰੋਲ ਕੀਤਾ ਤੇ ਉਹ ਰੋਲ ਮੇਰੇ ਅੱਜ ਵੀ ਯਾਦ ਨੇ। ਅੱਛਾ, ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਵੀ ਉਹ ਨਾਟਕ ਮੈਨੇ ਖੁਦ ਹੀ ਲਿਖੇ ਨੇ ਤੇ ਖੁਦ ਹੀ ਉਹਨਾਂ ਨੂੰ ਡਾਇਰੈਕਟ ਕੀਤਾ ਹੈ। ਰਫੀ ਸਾਹਿਬ ਮੈਂ ਚਾਹੂੰਗਾ ਦਰਸ਼ਕ ਹੁਣ ਦੇਖ ਰਹੇ ਹੋਣਗੇ, ਮੈਂ ਚਾਹੂੰਗਾ ਫਿਰ ਇੱਕ ਡਾਇਲੋਗ ਹੋ ਜਾਏ ਕੋਈ ਵਧੀਆ ਜਿਹਾ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੁੰਦਾ ਹੋਵੇ, ਹਮੇਸ਼ਾ ਕਿਸੇ ਯਾਰਾਂ ਦੋਸਤਾਂ 'ਚ ਬਹਿ ਕੇ ਫਰਮਾਇਸ਼ ਹੁੰਦੀ ਹੋਵੇ ਤੇ ਉਹ ਡਾਇਲੋਗ ਗੁਣਗੁਣਾਉਂਦੇ ਹੋਵੇ। ਮੈਂ ਚਾਹੂੰਗਾ ਸਾਡੇ ਦਰਸ਼ਕਾਂ ਨਾਲ ਵੀ ਕੋਈ ਥੋੜੀ ਮੋਟੀ ਡਾਇਲੋਗ ਬਾਜੀ ਕੁਛ। ਦੇਖੋ ਮੇਰਾ ਇੱਕ ਪਲੇ ਸੀਗਾ ਤਮਾਸ਼ਾ, ਬਹੁਤ ਗੁੱਡ ਪਲੇ ਹੈ ਤਮਾਸ਼ਾ। ਉਹਦੇ ਵਿੱਚ ਜਿਹੜਾ ਮਦਾਰੀ ਹੈ ਉਹ PhD ਹੈ। ਕੀ ਬਾਤ। ਉਹਦੇ ਮਨ 'ਚ ਖਿਆਲ ਆਉਂਦਾ ਵੀ ਯਾਰ ਆਪਾਂ
ਕੁਛ ਨਹੀਂ ਕਰਦੇ। ਉਹਦੀ ਇੱਕ ਫਰੈਂਡ ਹੈ, ਉਹ ਕਹਿੰਦੇ ਵੀ ਆਪਾਂ ਵਿਹਲੇ ਆ, ਕੁਛ ਤਾਂ ਕਰੀਏ। ਕਹਿੰਦੀ ਚਲੋ ਇੱਦਾਂ ਕਰਦੇ ਆ, ਲੋਕ ਵੀ ਤਾਂ ਤਮਾਸ਼ੇ ਕਰ ਹੀ ਰਹੇ ਹੈ, ਚਲੋ ਆਪਾਂ ਵੀ ਤਮਾਸ਼ਾ ਕਰਦੇ ਹਾਂ। ਕੀ ਬਾਤ ਹੈ ਨਾ। ਹੁਣ ਉਹ ਕਹਿੰਦੀ ਆ, ਤੁਸੀਂ ਇਹ ਦੇਖੋ, ਸੁਣੋ, ਪਲੇ ਸ਼ੁਰੂ ਹੁੰਦਾ ਹੈ ਔਰ ਪਲੇ ਦਾ ਸੀਗਾ ਪੰਗਾ ਪਿਆ ਸੀ ਬੜਾ ਤਗੜਾ। ਕਹਿੰਦੇ ਸੀ ਯੂਨੀਵਰਸਿਟੀ ਦਾ ਨਾਂ ਨਹੀਂ ਬੋਲਣਾ ਤੇ ਪਲੇ ਸੀਗਾ ਕਿ पंजाबी यूनिवर्सिटी पटियाला पेश करती है नाटक, डॉक्टर मोहम्मद रफ़ी का लिखा नाटक तमाशा तमाशा तमाशा। कुड़ी आउंदी है, ਉਹਦੇ ਹੱਥ 'ਚ मेकअप ब्रश है, कहनी मैं पूछती हूँ ये पर्दा किसने उठाया। ਉਹਨੂੰ ਪੁੱਛਦੀ ਹੈ ਗੁਲਾਮਾਂ ਫੜ ਕੇ, ਉਹ ਜਿਹੜਾ ਮੁੰਡਾ ਖੜਾ ਉੱਥੇ, मैं पूछती हूँ ये पर्दा किसने उठाया, ये अनाउंसमेंट किसने की। वो कहना मुझे क्या पता, सर ने कर दी। ओ माई गॉश, सर को इतनी जल्दी अनाउंसमेंट करने की ज़रूरत क्या थी, ऐसे तमाशा कैसे होगा। फुटपाथ पर पागल बैठा है, कहता तमाशा हो या ना हो, अनाउंसमेंट करने में क्या हर्ज है। क्या बात है। मंत्री भी तो कि हर फंक्शन पर अनाउंसमेंट कर ही देते हैं, सर ने कर दी तो क्या हुआ, कि तू अपनी चोंच बंद करेगा कि नहीं। वो आती है एक होर छोटी कुड़ी आती है, कहती दीदी अभी तो मैंने कपड़े भी नहीं बदले। कहता बदल लो मंच पर ही बदल लो, बहुत तालियां बजेंगी। क्या बात है रवि साहब। ये देखते थोड़े, ये तो सुनते हैं। ਉਹ ਦੇਖੋ ਤੁਸੀਂ ਕੁੜੀ ਬੋਲਦੀ है, कहती मेरा नाम माया है, मेरा नाम माया है, मैं BA फाइनल में पढ़ती हूँ, 3 महीने बाद डिग्री हासिल करके मैं भी बेकारों की लिस्ट में शामिल हो जाऊँगी। 3 महीने बाद डिग्री प्राप्त कर। मेरा नाम माया है, मैं BA फाइनल में पढ़ती हूँ, 3 महीने बाद डिग्री हासिल करके मैं भी बेकारों की लिस्ट में शामिल हो जाऊँगी। सोचती हूँ कि क्यों ना आपको तमाशा दिखाऊँ। फिर सोचा कौन सा तमाशा दिखाऊं, फिर सोचा कौन सा तमाशा दिखाऊं, कॉलेजों का या यूनिवर्सिटियों का, कॉलेजों का या यूनिवर्सिटियों का, पंचायतों का या म्यूनसिपलिटियों का, आसाम का या अयोध्या का। कौन सा तमाशा दिख, पंजाब का या दिल्ली का, या फिर वो जो आप छोटे पर्दे पर देखते हो, या फिर वो जो आजकल बड़े पर्दे पर हो रहा है। बिल्कुल, है ना। क्या बात है। ਕਿਹੜੇ ਸੰਨ ਦਾ ਪਲੇ ਹੈਗਾ ਇਹ ਸਨ 55 ਦਾ। 55 ਦਾ। ਹੁਣ ਸੁਣੋ, ਉਹਦੇ ਵਿੱਚ ਕੀਤਾ ਮਦਾਰੀ ਆ ਗਿਆ, ਐ ਕਿ ਐ ਨਹੀਂ ਹੋਇਆ। ਮਦਾਰੀ ਦੇ ਡਾਇਲੌਗ ਸੁਣੋ ਸਰ, कि मेहरबान कदरदान निगहबान चारागर चारा साज, आज हमें आज़ाद हुए पूरे 55 बरस हो चुके हैं। हजूर के इकबाल से, भगवान की कृपा से, ईश्वर की दया से और अल्लाह के फजल से इतनी महंगाई, दंगों और फसादों के बावजूद अभी तक ज़िंदा हूँ। ज़िंदगी में ना कभी किसी के पाँव पड़ा, ना तलवे चाटे, तो इसलिए आज तक तमाशा दिखा रहा हूँ। मेहरबान, ना तो मैं आपसे मोतीचूर के लड्डू मांगता हूँ, ना घी के खाजे, ना शीरे और सत्तू की तमन्ना की है। आप लोग बैठकर आराम से मेरा तमाशा देखें। 2 वक्त बाजरे की रोटी और मक्की के चने पेट भरने के लिए काफ़ी हैं। अमीर लोग, फ़कीर लोग, गरीब लोग, अमीर लोग। आज़ादी से पहले मेरा बाप तमाशा किया करता था। बैकग्राउंड से आवाज़ आती है, रघुपत राघव, राजा राम, पतित पावन सीताराम। आज़ादी से पहले मेरा बाप तमाशा किया करता था, और मेरी माँ झांसी की रानी है, और मेरी माँ तलवारों पर से बिजली की तरह दौड़ जाया करती थी। आज हम तमाशा करते हैं, रस्सियों पर चलते हैं, ना गिरते हैं, ना संभलते हैं। ए मेरी पीटी उषा, ए मेरी श्री देवी, ए दिखा दे अपना कमाल, तोड़ दे गरीबी के इस चक्कर को। प्रेगनेंट औरत लोहे दे ਉਹਦੇ ਵਿੱਚੋਂ ਸਰਕਲ ਚੋਂ ਨਿਕਲ ਰਹੀ है। ए तोड़ दे गरीबी के इस चक्कर को। अरे भाग मेरी पीटी उषा, अरे भाग मेरी श्री देवी, तोड़ दे गरीबी के इस चक्कर को। संभल के दोनों संभल के। ਉਹ ਫਿਰ ਉਹ गिर जाती है, बेहोश होकर गिर जाती है। कहना मेरा नाम गल्लू है, बाबा का नाम बंसी था। बाबा 47 में रावलपिंडी के जंगलों में लकड़ियाँ काटने गए, वापस नहीं आए, पाकिस्तान बन गया। मेरा नाम गल्लू है, बाबा का नाम बंसी था। बाबा 47 में रावलपिंडी के जंगलों में लकड़ियाँ काटने गए, वापस नहीं आए। 2 भाई थे, रामू और रहीमू, दोनों को सफ़ेद चीता फाड़ कर खा गया। 2 भाई थे। ਜਦੋਂ ਇਦਾਂ ਦੇ ਪਲੇ ਤੁਸੀਂ ਲਿਖਦੇ ਸੀਗੇ ਤੇ ਫਿਰ ਪਰਫਾਰਮ ਹੁੰਦੇ ਸੀਗੇ, ਹੌਸਲਾ ਕਿੰਨਾ ਕੁ ਬਣਦਾ ਸੀ? ਕਿਉਂਕਿ ਉਹ ਜਦੋਂ ਆਪਾਂ ਦੇਖਦੇ ਆ ਨਾ, एनर्जी लेवल नहीं दे रहा मैं तो, एनर्जी लेवल नहीं, अदरवाइज इट वाज अ वंडरफुल एनर्जी लेवल। 2 भाई थे, रामू और रहीमू। यार राम हिंदू मुसलमान सिद्धा 2 भाई थे, दोनों को सफ़ेद चीता फाड़ कर खा गया अंग्रेज़। 2 भाई थे, रामू और रहीमू, दोनों को सफ़ेद चीता फाड़ कर खा गया। छोटे की जोरो छोटी आँखों वाले जानवर उठा कर ले गए चाइना। बड़े की जोरो सर्दी से काम कम मर गई कश्मीर।
छोटे की उसकी जुदाई में ना जीती थी ना मरती थी, एक दिन तो खुदकुशी करने चली थी। ਉਹ ਜਿਹੜੀ ਮੂਵਮੈਂਟ ਉੱਠੀ ਸੀ ਪੰਜਾਬ। ਮੈਂ ਰਫੀ ਸਾਹਿਬ ਕਹੂੰਗਾ ਆਪਾਂ ਚਲੋ ਡਾਇਲੋਗਾਂ ਦਾ ਸਿਲਸਿਲਾ ਤਾਂ ਚੱਲਦਾ ਰਹਿਣਾ, ਆਪਾਂ ਮੈਂ ਕਹੂੰਗਾ ਜਿਹੜਾ ਲੋਕੇਸ਼ਨ ਵਾਲਾ ਗਾ, ਮੈਂ ਕਿਹਾ ਆਪਾਂ ਦੂਸਰੇ ਪਾਰਟ ਦੇ ਨਾਲ ਰੱਖ ਲਈਏ, ਆਪਾਂ ਦੂਜੇ ਪਾਰਟ ਦੇ ਨਾਲ ਰੱਖ ਲਈਏ, ਕਿਉਂਕਿ ਯਾਰ ਸੁੱਤੇ ਪਏ ਸ਼ੇਰ ਦੀ ਪੂੰਛ ਤੇ ਪੈਰ ਤੈਨੇ ਹੀ ਰੱਖਿਆ। ਮੈਂ ਤਾਂ ਲੋਕੇਸ਼ਨ ਹੀ, ਮੈਂ ਤਾਂ ਤੈਨੂੰ ਲੋਕੇਸ਼ਨ ਹੀ ਦਿਖਾ ਰਿਹਾ था। ਹੁਣ ਤੈਨੂੰ ਪਤਾ ਕੀ ਹੈ, ਤੈਨੂੰ ਇਦਾਂ ਲੱਗਿਆ ਬੜੀ ਚੀਜ਼ ਹੈ ਤੂੰ ਵੀ, ਪੱਤਰਕਾਰ ਕਿਹੜਾ ਘੱਟ ਹੁੰਦੇ ਨੇ। ਆ ਜੇ ਮੀਡੀਆ ਨਾ, ਮੀਡੀਆ ਜਿਹੜਾ ਐਵੇਂ ਤਾਂ ਨਹੀਂ ਕਹਿੰਦੇ ਵੀ ਗੋਦੀ ਮੀਡੀਆ ਜਾਂ ਪੁੱਤ ਦਾਦੀ ਮੀਡੀਆ, ਪੋਤੀ ਮੀਡੀਆ, ਪੋਤਾ ਮੀਡੀਆ, ਦਾਦੀ ਮੀਡੀਆ। ਗੱਲ ਪਤਾ ਕੀ ਹੈ, ਤੈਨੇ ਕਿਹਾ ਵੀ ਪ੍ਰੋਫੈਸਰ ਨੇ ਮਾਰਤੀ ਗੱਪ। ਨਹੀਂ ਰਵੀ ਸਾਹਿਬ ਇਹ ਜੀ ਬਿਲਕੁਲ ਨਹੀਂ, ਬਿਲਕੁਲ ਤੈਨੇ ਕਿਹਾ ਵੀ ਕਿਹੜੇ ਡਰਾਮੇ ਕੀਤੇ ਹੋਣਗੇ ਇਹਨੇ ਬੁੜੇ ਨੇ। ਤੈਨੇ ਕਿਹਾ ਪ੍ਰੋਫੈਸਰ ਨੇ ਮਾਰਤੀ ਗੱਪ, ਚੱਲ ਪੰਗਾ ਲੈ ਕੇ ਦੇਖਦੇ ਆ। ਉਹ ਸਰ 54 ਦੇ 54 ਪਲੇ ਜ਼ੁਬਾਨੀ ਯਾਦ ਨੇ। ਦਰਅਸਲ ਨਾ ਮੈਂ ਦਰਸ਼ਕਾਂ ਨੂੰ ਇੱਕ ਗੱਲ ਦੱਸਣੀ ਚਾਹਣਾ, ਰਫੀ ਸਾਹਿਬ ਨਾਲ ਵੈਸੇ ਅੱਜ ਮੈਂ ਮਿਲਿਆਗਾ ਮੈਂ, ਪਰ ਰਫੀ ਸਾਹਿਬ ਨੂੰ ਜੇ ਮੈਂ ਕਰ ਐਜ਼ ਅ ਇੰਟਰਵਿਊ ਦੇਖਾਂ ਮੈਂ ਤਾਂ ਪਹਿਲੀ ਵਾਰੀ ਮਿਲਿਆ, ਪਰ ਇਸ ਤੋਂ ਪਹਿਲਾਂ ਅਸੀਂ 2014 ਵਿੱਚ ਸਾਡੀ ਇੱਕ ਮੁਲਾਕਾਤ ਰਫੀ ਸਾਹਿਬ ਆਪਣੀ ਹੋਈ ਸੀਗੀ, ਤੁਹਾਡੇ ਵੀ ਯਾਦ ਹੋਊਗਾ ਮੇ ਵੀ। ਆਪਾਂ ਉਦੋਂ ਕਿਉਂਕਿ ਉਹ ਮੈਨੂੰ ਉਹ ਯਾਦ ਹੈ ਉਹ ਸੀਨ, ਕਿਉਂਕਿ ਉਦੋਂ ਆਪਾਂ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਹੀ ਮਿਲੇ ਸੀਗੇ, ਹੈ ਨਾ। ਤਾਂ ਮੈਂ ਤਾਂ ਕਰਕੇ ਦਰਅਸਲ ਮੇਰੇ ਕਹਿਣ ਦਾ ਮਕਸਦ ਇਹ ਸੀ ਵੀ ਦਰਸ਼ਕਾਂ ਨੂੰ ਦਿਖਾ ਸਕੀਏ ਕਿ ਜੋ ਇਹ ਇੱਕ ਆਰਟਿਸਟ ਹੈ ਜਾਂ ਫਿਰ ਜੋ ਇਹ ਲੋਕੇਸ਼ਨ ਦਾ ਇੱਕ ਕ੍ਰੀਏਟਰ ਹੈ ਉਹਦੇ ਵਿੱਚ ਕੀ ਕਲਾ ਹੈ, ਜਾਂ ਫਿਰ ਕਿਹੜੇ ਥੀਏਟਰ ਨਾਲ, ਜਦੋਂ ਜਿਵੇਂ ਤੁਸੀਂ ਕਹਿੰਦਾ ਥੀਏਟਰ ਨਾਲ ਜੁੜੇ ਹੋਏ ਆਗੇ ਵੀ ਕੀ ਅਸਲ ਦੇ ਵਿੱਚ ਗੁਣ ਹੈਗਾ। ਮੈਂ ਦੱਸਣ ਮੇਰਾ ਮਕਸਦ ਇਹ ਸੀ। ਨਹੀਂ ਬਿਲਕੁਲ ਰਫੀ ਸਾਹਿਬ, ਮੈਂ ਚਾਹਾਂਗਾ ਫਿਰ ਆਪਾਂ ਜਿਹੜੀ ਬਾਕੀ ਲੋਕੇਸ਼ਨ ਆ ਗਈ ਆਪਾਂ ਅਗਲੇ ਪਾਰਟ 'ਚ ਦਿਖਾ ਦਾਂਗੇ। ਇਹ ਪਾਰਟ ਆਪਾਂ ਫਿਲਹਾਲ ਆਪਾਂ ਐਂਡ ਕਰ ਦਿਆਂਗੇ ਤੇ ਆਪਾਂ ਅਗਲੇ ਪਾਰਟ ਜਲਦੀ ਮਿਲਾਂਗੇ। ਸੋ ਦੋਸਤੋ ਮੈਂ ਲੋਕੇਸ਼ਨ ਦਿਖਾਈ ਹੈਗੀ, ਹਜੇ ਲੋਕੇਸ਼ਨਾਂ ਵਿੱਚ ਹੋਰ ਬਹੁਤ ਪਾਰਟ ਨੇ ਕਿ ਜਿਹੜੇ ਦਿਖਾਉਣੇ ਬਾਕੀ ਨੇ। ਮੈਨੂੰ ਲੱਗਦਾ ਇੱਕ ਇੰਟਰਵਿਊ ਦੇ ਵਿੱਚ ਨਹੀਂ ਸੰਭਵ ਹੋ ਪਾਉਣਗੇ ਉਹ ਸਾਰੇ ਪਾਰਟ ਦਿਖਾਉਣੇ, ਤੇ ਉਮੀਦ ਇਹੀ ਹੈ ਕਿ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸੇ ਲੋਕੇਸ਼ਨ ਦੇ ਸੈਕੰਡ ਪਾਰਟ ਲੈ ਕੇ ਤੁਹਾਡੇ ਨਾਲ ਜਲਦੀ ਹਾਜ਼ਰ ਹੋਵਾਂਗੇ ਤੇ ਰਫੀ ਸਾਹਿਬ ਨਾਲ ਦੁਬਾਰੇ ਤੁਹਾਡੀ ਮੁਲਾਕਾਤ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਉਦੋਂ ਤੱਕ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ। ਮੈਨੂੰ ਯਾਨੀ ਕਿ ਹਰਦੀਪ ਸ਼ੇਰਪੁਰ ਦਿਓ ਇਜਾਜ਼ਤ, ਧੰਨਵਾਦ।